ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਤਿਹਾਸਿਕ ਪਲ ਦੇਖਣ ਨੂੰ ਮਿਲੇ ਨੇ। ਬਹਿਬਲ ਕਲਾਂ ਤੋਂ ਬੇਅਦਬੀ ਤੇ ਗੋਲੀकांड ਦੇ ਇਨਸਾਫ ਦੇ ਲਈ ਨਵਾਂ ਸੱਦਾ ਦਿੱਤਾ ਗਿਆ ਹੈ। ਮਾਨ ਸਰਕਾਰ ਦੇ ਅੱਜ 5 ਮਹੀਨੇ ਪੂਰੇ ਹੋਏ ਨੇ। ਸਰਕਾਰ ਦੇ 5 ਮੰਤਰੀਆਂ ਨੇ ਲੋਕਾਂ ਦੀ ਕਚਹਿਰੀ ਦੇ ਵਿੱਚ ਰਿਪੋਰਟ ਕਾਰਡ ਰੱਖਿਆ ਹੈ। ਵਿਰੋਧੀਆਂ ਨੇ ਕਈ ਲੁਕਵੀਆਂ ਗੱਲਾਂ ਫੜ ਲਈਆਂ ਨੇ। हैरानी है कि आजादी दिहाड़े दे दिन 15 अगस्त नूं बलात्कार ते कतल दे 11 दोषियों नूं गुजरात सरकार ने रिहा कर दिता। साडे मुल्क दे मथे ते कलंक नहीं तां होर की कहिए। बिक्रम मजीठिया ने अपने जीजे अते अकाली दल दे प्रधान सुखबीर सिंह बादल तो बिना पंजाब दे विच अज सियासी ताकत दिखाई है ते सब तो वध चन्नी साहब नूं डरा दिता है। उडीक रहे ने छल्ला मुड़ के कदों आऊ। 4 वड्डे हादसियां दे विच 12 जणे विछड़ गए ने। सत श्री अकाल जी दा खालस टीवी देखण वाले देश दुनिया दे साडे सारे दर्शकों का बहुत बहुत स्वागत है। एमरजेंसी बुलेटिन दे नाल मैं हरशरण कौर। बुलेटिन दे विच दसांगे तुहानूं पंजाब समेत दुनिया भर दीयां सारीयां वड्डियां ताज़ा ते अहम खबरां। शुरुआत करांगे पंजाब दीयां खास खबरां तो, पर उस तो भी पहलां कल दी लोक राय दा नतीजा दस दिंदे हां। कल दी लोक राय सी कि लाल किले ते वंड दी 76वीं बरसी दे मौके भावुक हुंदियां प्रधानमंत्री मोदी ने देशवासियों नूं अपील कीती है कि असीं अपणीਆਂ ते पराईਆਂ मावां धीआं ते भैणां नूं की गालां कड्ढण दी आदत त्याग सकदे हां। तो साढ़े 98% दर्शकों ने सहमति जताई है कि बिल्कुल ये आदत त्यागनी चाहिए है, जबकि 2% ने जिहड़े त्यागना भी नहीं चाहते। आज दी लोक राय है कि आज़ादी दिहाड़े मौके 15 अगस्त नूं गुजरात के बिल्किस बानो गैंगरेप मामले दे विच सारे 11 दोषियों नूं रिहा कर दिता गया। गुजरात सरकार दे वल्लों उस बिल्किस बानो दे नाल बलात्कार दे दोषियों नूं जिस दे सामने उसके परिवार के 14 जी कतल कर दिते गए सी अते फिर उसके नाल दुष्कर्म किया गया सी 20 साल की उम्र दे विच। गुजरात सरकार दे इस फैसले दे नाल की तुसी सहमत हो? तुसी इस फैसले ते अपनी की राय दिंदे हो? जरूर लिख के भेजियो। असी कल दे बुलेटिन दे विच जरूर तुहाडी राय सुनावांगे। खबरां विस्तार दे नाल गल पहलां पंजाब दी। खबरां दे विस्तार दे विच सब तो पहलां पंजाब दीयां अहम खबरां। 15 अगस्त तो बाद 16 अगस्त ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 1947 ਦੀ ਵੰਡ ਵੇਲੇ ਉਜਾੜੇ ਵੇਲੇ ਮਾਰੇ ਗਏ 10 ਲੱਖ ਤੋਂ ਵੱਧ ਲੋਕਾਂ ਨੂੰ ਯਾਦ ਕਰਦਿਆਂ ਹੋਇਆਂ ਅਰਦਾਸ ਸਮਾਗਮ ਕਰਵਾਇਆ ਗਿਆ। 1947 ਦੀ ਵੰਡ ਵਿੱਚ ਮਰੇ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਮੂਹਿਕ ਅਰਦਾਸ ਹੈ ਜਿਹੜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਮੁਤਾਬਿਕ ਕੀਤੀ ਗਈ। ਪਿਛਲੇ ਦਿਨੀ ਉਹਨਾਂ ਨੇ ਇਹ ਐਲਾਨ ਕੀਤਾ ਸੀ ਤੇ ਬੜੀਆਂ ਇਤਿਹਾਸਿਕ ਤਸਵੀਰਾਂ ਸਾਹਮਣੇ ਆਈਆਂ ਨੇ। 75 ਸਾਲਾਂ ਦੇ ਬਾਅਦ ਪਹਿਲੀ ਵਾਰੀ ਅਜਿਹੀ ਕੋਈ ਅਰਦਾਸ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਹੈ, ਕਿਉਂਕਿ ਇੱਥੇ ਜਿਹੜੇ ਕੱਲੇ ਸਿੱਖ ਭਾਈਚਾਰੇ ਦੇ ਲੋਕ ਨਹੀਂ ਪਹੁੰਚੇ ਹੋਏ ਸੀ, ਬਲਕਿ ਮੁਸਲਿਮ ਭਾਈਚਾਰੇ ਦੇ ਲੋਕ ਤੇ ਹਿੰਦੂ ਭਾਈਚਾਰੇ ਦੇ ਲੋਕ ਵੀ ਪਹੁੰਚੇ ਸੀ, ਕਿਉਂਕਿ ਉਸ ਕਤਲੇਆਮ ਦੇ ਵਿੱਚ ਹਰ ਇੱਕ ਵਰਗ ਦੇ ਲੋਕ ਨੇ ਜਿਹੜੇ ਉਹ ਮਾਰੇ ਗਏ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਸਮਾਗਮ ਦੇ ਵਿੱਚ ਸ਼ਾਮਿਲ ਹੁੰਦਿਆਂ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ 3 ਆਦੇਸ਼ ਦਿੱਤੇ। ਪਹਿਲਾ ਤਾਂ ਇਹ ਕਿ ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਆਪੋ ਆਪਣੀ ਸੰਸਦ ਦੇ ਵਿੱਚ ਸਰਕਾਰਾਂ ਨੇ ਜਿਹੜੀਆਂ ਦੋਵੇਂ ਉਹ ਸੋਗ ਮਤੇ ਪਾਸ ਕਰਨ। ਦੂਸਰਾ, ਦੋਵਾਂ ਮੁਲਕਾਂ ਤੋਂ ਉੱਜੜ ਕੇ ਮੁੜ ਵਸੇ ਲੋਕਾਂ ਦੇ ਲਈ ਖੁੱਲੇ ਵੀਜ਼ੇ ਜਾਰੀ ਕੀਤੇ ਜਾਣ ਤਾਂ ਜੋ ਉਹ ਆ ਜਾ ਸਕਣ ਪਾਕਿਸਤਾਨ ਵਾਲੇ ਭਾਰਤ ਵਿੱਚ ਤੇ ਭਾਰਤ ਵਾਲੇ ਪਾਕਿਸਤਾਨ ਦੇ ਵਿੱਚ। ਵੀਜ਼ੇ ਦੌਰਾਨ ਲੋਕਾਂ ਨੂੰ ਉਹਨਾਂ ਦੀ ਜਨਮ ਭੂਮੀ ਤੇ ਜਾਣ ਦੀ ਇਜਾਜ਼ਤ ਵੀ ਦਿੱਤੀ ਜਾਵੇ। ਜਥੇਦਾਰ ਨੇ ਕਿਹਾ ਕਿ ਮੁਲਕ ਨੂੰ ਆਜ਼ਾਦ ਹੋਇਆਂ 75 ਵਰ੍ਹੇ ਬੀਤ ਗਏ ਨੇ। ਆਜ਼ਾਦੀ ਦੇ ਜਸ਼ਨ ਮਨਾਉਂਦਿਆਂ ਇਹ ਆਜ਼ਾਦੀ ਦਿਵਸ ਹੈ ਜਿਹੜਾ ਉਹ ਵੀ ਧੂਮ ਧੜੱਕੇ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ, ਪਰ ਅਫਸੋਸ ਹੈ ਕਿ ਉਸ ਵੇਲੇ ਵੰਡ ਚ ਮਾਰੇ ਗਏ ਲੋਕਾਂ ਨੂੰ ਅੱਜ ਤੱਕ ਨਹੀਂ ਯਾਦ ਕੀਤਾ ਗਿਆ। ਇਸੇ ਕਰਕੇ ਅਕਾਲ ਤਖਤ ਸਾਹਿਬ ਤੇ ਸਮੂਹਿਕ ਅਰਦਾਸ ਕੀਤੀ ਗਈ। ਅਖੰਡ ਪਾਠ ਸਾਹਿਬ ਜਿਹੜੇ ਆਰੰਭ ਕੀਤੇ ਗਏ ਸੀ 14 ਅਗਸਤ ਨੂੰ ਉਹਨਾਂ ਦੇ ਭੋਗ ਵੀ ਪਾਏ ਗਏ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਹੀਂ ਬਲਕਿ ਸਾਰੇ ਤਖਤਾਂ ਤੇ ਅਰਦਾਸ ਕੀਤੀ ਗਈ ਹੈ। ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਵਿੱਚ ਵੀ ਅਰਦਾਸ ਕੀਤੀ ਗਈ ਹੈ। ਇਹ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੇ ਅੱਜ ਤੱਕ ਇਹਨਾਂ ਲੱਖਾਂ ਪੰਜਾਬੀਆਂ ਦੇ ਉਜਾੜੇ ਦੀ ਜਾਂ ਕਤਲਾਂ ਦੀ ਜਿਹੜੀ ਹੈ ਲਈ ਸ਼ੋਕ ਮਤਾ ਜਿਹੜਾ ਹੈ ਉਹ ਆਪਣੀਆਂ ਆਪਣੀਆਂ ਪਾਰਲੀਮੈਂਟਾਂ ਦੇ ਵਿੱਚ ਨਹੀਂ ਰੱਖਿਆ। ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਆਪਣੀ ਆਪਣੀ ਪਾਰਲੀਮੈਂਟ ਦੇ ਵਿੱਚ ਘੱਟੋ ਘੱਟ ਸ਼ੋਕ ਮਤਾ ਦਾ ਜਿਹੜਾ ਹੈ ਉਹ ਪੇਸ਼ ਕਰਨਾ ਚਾਹੀਦਾ ਨਾ। ਅੱਜ 75ਵੀਂ ਵਰ੍ਹੇਗੰਢ ਮਨਾਈ ਹੈ, ਪਾਕਿਸਤਾਨ ਨੇ ਵੀ ਮਨਾਈ ਹੈ, ਭਾਰਤ ਨੇ ਵੀ ਮਨਾਈ ਹੈ। ਚਾਹੀਦਾ ਇਹ ਸੀ ਕਿ ਜੇ 75ਵੀਂ ਵਰ੍ਹੇਗੰਢ ਮਨਾਉਣ ਦੇ ਨਾਲ ਨਾਲ ਪਾਰਲੀਮੈਂਟ ਦੇ ਵਿੱਚ ਇਹਨਾਂ ਲੱਖਾਂ ਲੋਕਾਂ ਲਈ ਸ਼ੋਕ ਮਤਾ ਜਿਹੜਾ ਹੈ ਉਹ ਪੇਸ਼ ਕੀਤਾ ਜਾਂਦਾ। ਦੋਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਇਹ ਕਦਮ ਚੁੱਕਣਾ ਚਾਹੀਦਾ ਸੀ ਕਿ ਜਿਨ੍ਹਾਂ ਦਾ ਜਨਮ ਭਾਰਤ ਜਾਂ ਪਾਕਿਸਤਾਨ ਦੇ ਵਿੱਚ ਹੋਇਆ ਘੱਟੋ ਘੱਟ ਉਹਨਾਂ ਨੂੰ
ਬਾਰਡਰ ਦੇ ਉੱਤੇ ਵੀਜ਼ੇ ਜਾਰੀ ਕਰਕੇ ਆਪਣੇ ਆਪਣੇ ਜਨਮ ਸਥਾਨ ਦੇਖਣ ਦਾ ਮੌਕਾ ਦਿੰਦੀ, ਪਰ ਐਸਾ ਨਹੀਂ ਹੋਇਆ। ਗਿਆਨੀ ਹਰਪ੍ਰੀਤ ਸਿੰਘ ਨੇ ਆਜ਼ਾਦ ਭਾਰਤ ਦੀ ਤਤਕਾਲੀ ਹਕੂਮਤ ਨੂੰ ਲੈ ਕੇ ਵੀ ਤਿੱਖੇ ਸਵਾਲ ਚੁੱਕੇ। ਉਹਨਾਂ ਨੇ ਕਿਹਾ ਕਿ ਆਜ਼ਾਦੀ ਦੀ ਜੰਗ ਵਿੱਚ ਪੰਜਾਬ ਤੇ ਬੰਗਾਲ ਦੋਵਾਂ ਸੂਬਿਆਂ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਸੀ, ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਪਰ ਆਜ਼ਾਦ ਭਾਰਤ ਵਿੱਚ ਇਹਨਾਂ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਹੀ ਸਭ ਤੋਂ ਵੱਧ ਸਜ਼ਾਵਾਂ ਦਿੱਤੀਆਂ ਗਈਆਂ ਨੇ। ਪੰਜਾਬ ਤੇ ਬੰਗਾਲ ਦੋਵੇਂ ਸੂਬੇ ਤਤਕਾਲੀ ਸਰਕਾਰਾਂ ਦੇ ਵੱਲੋਂ ਭਿਆਨਕ ਤਰੀਕੇ ਨਾਲ ਵੰਡ ਦਿੱਤੇ ਗਏ। ਪੰਜਾਬ ਵੰਡਿਆ ਗਿਆ, ਦੂਸਰਾ ਬੰਗਾਲ ਵੰਡਿਆ ਗਿਆ। ਤੁਸੀਂ ਪੜ੍ਹ ਕੇ ਦੇਖੋ, ਸਭ ਤੋਂ ਵੱਧ ਅੰਗਰੇਜ਼ਾਂ ਨਾਲ ਲੜਨ ਵਾਲਿਆਂ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਹੈ, ਸਿੱਖਾਂ ਦਾ ਯੋਗਦਾਨ ਹੈ, ਬੰਗਾਲੀਆਂ ਦਾ ਯੋਗਦਾਨ ਹੈ। ਔਰ ਇਹ ਦੋਨੇ ਸਟੇਟਾਂ ਜਿਹੜੀਆਂ ਸੀ ਉਹ ਤੋੜੀਆਂ ਗਈਆਂ, ਦੋਨੇ ਸਟੇਟਾਂ ਜਿਹੜੀਆਂ ਸੀ ਉਹ ਵੰਡੀਆਂ ਗਈਆਂ, ਔਰ ਵੰਡੀਆਂ ਵੀ ਬੜੇ ਭਿਆਨਕ ਤਰੀਕੇ ਦੇ ਨਾਲ ਗਈਆਂ। ਜਿਹੜੀ ਰਾਜਨੀਤੀ ਦੇ ਅੰਦਰ ਧਰਮ ਨਹੀਂ ਹੁੰਦਾ, ਲੇਕਿਨ ਆਪਣੇ ਆਪ ਨੂੰ ਕਾਇਮ ਰੱਖਣ ਦੇ ਲਈ ਉਹ ਰਾਜਨੀਤੀ ਜਦੋਂ ਧਰਮ ਦਾ ਸਹਾਰਾ ਲੈ ਕੇ ਚੱਲਦੀ ਹੈ ਤੇ ਉਹ ਹਮੇਸ਼ਾ ਹੀ ਮਨੁੱਖਤਾ ਦਾ ਨੁਕਸਾਨ ਕਰਦੀ ਹੈ, ਮਾਨਵਤਾ ਦਾ ਨੁਕਸਾਨ ਕਰਦੀ ਹੈ। ਰਾਜਨੀਤੀ ਦੇ ਅੰਦਰ ਧਰਮ ਹੋਣਾ ਚਾਹੀਦਾ ਹੈ, ਲੇਕਿਨ ਜਦੋਂ ਰਾਜਨੀਤੀ ਧਰਮ ਪਾਲਣ ਦੀ ਬਜਾਏ ਸਿਰਫ ਧਰਮ ਦਾ ਆਸਰਾ ਲੈ ਕੇ ਚੱਲਦੀ ਹੈ, ਧਰਮ ਦਾ ਸਹਾਰਾ ਲੈ ਕੇ ਚੱਲਦੀ ਹੈ, ਉਦੋਂ ਫਿਰ ਇਹ ਨਸਲਾਂ ਵੀ ਬਰਬਾਦ ਕਰਦੀ ਹੈ, ਫਸਲਾਂ ਵੀ ਬਰਬਾਦ ਕਰਦੀ ਹੈ, ਕੁਦਰਤ ਨੂੰ ਵੀ ਬਰਬਾਦ ਕਰਦੀ ਹੈ, ਸਾਰੇ ਸਰੋਤ, ਸਾਰੇ ਸਾਧਨ, ਸਾਰੇ ਵਸੀਲਿਆਂ ਨੂੰ ਜਿਹੜਾ ਹੈ ਉਹ ਬਰਬਾਦ ਕਰਦੀ ਹੈ। ਇਸ ਮੌਕੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਹੋਏ ਸਨ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੇ 1947 ਦੇ ਵਿੱਚ ਸੰਤਾਪ ਹੰਢਾਇਆ ਹੈ, ਉਹਨਾਂ ਦੇ ਪਰਿਵਾਰਾਂ ਦੇ ਦਿਲਾਂ ਵਿੱਚ ਅੱਜ ਵੀ ਉਹ ਯਾਦਾਂ ਤਾਜ਼ਾ ਨੇ, ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਔਰ ਮੈਂ ਸਮਝਦਾ ਬੜੇ ਲੰਮੇ ਸਮੇਂ ਤੋਂ ਬਾਅਦ ਇਹ ਮਨਾਇਆ ਗਿਆ, ਕਿਉਂਕਿ ਉਹ ਜੇ ਸਾਰੇ ਕਨਸੈਪਟ ਨੂੰ ਦੇਖਿਆ ਜਾਵੇ, ਕਈ ਲੋਕ ਆਪਣੀਆਂ ਬੜਮੁੱਲੀਆਂ ਜਾਨਾਂ, ਬੱਚੇ, ਕਈਆਂ ਦੀਆਂ ਘਰ ਵਾਲੀਆਂ, ਕਈਆਂ ਦੀਆਂ ਭੈਣਾਂ, ਕਈਆਂ ਦੀਆਂ ਦਾਦੀਆਂ, ਹੋਰ ਇਤਿਆਦਿਕ ਬਹੁਤ ਸਾਰਾ ਦੁਖਦਾਈ ਸਮਾਂ ਉਹ ਜਿਹੜਾ ਚੱਲਿਆ। ਔਰ ਇੱਥੋਂ ਤੱਕ ਕਿ ਮੈਂ ਬਜ਼ੁਰਗਾਂ ਤੋਂ ਸੁਣਦਾ ਰਿਹਾ, ਕਈਆਂ ਨੇ ਆਪਣੀਆਂ ਨੌਜਵਾਨ ਬੇਟੀਆਂ, ਭੈਣਾਂ ਮਾਰ ਸਿੱਟ ਦਿੱਤੀਆਂ ਤਾਂ ਕਿ ਇਹਨਾਂ ਦੀ ਕੋਈ ਇੱਜ਼ਤ ਨੂੰ ਬੇਗਾਨਾ ਬੰਦਾ ਹੱਥ ਨਾ ਪਾ ਲਏ। ਸੋ ਬੜੀ ਵੱਡੀ ਤਰਾਸਦੀ ਸੀ, ਤੇ ਜਿਨ੍ਹਾਂ ਨੇ ਉਹ ਤਰਾਸਦੀ ਝੱਲੀ ਆ, ਉਹ ਮੈਂ ਸਮਝਦਾ ਉਹ ਦਰਦ ਨੂੰ ਬਿਆਨ ਕਰ ਸਕਦੇ ਆ। ਤੇ ਇਤਿਹਾਸਿਕ ਗੁਰਦੁਆਰਾ ਅੰਬ ਸਾਹਿਬ ਵਿਖੇ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਰਦਾਸ ਸਮਾਗਮ ਦੀਆਂ, ਉਹ ਵੀ ਅਸੀਂ ਤੁਹਾਨੂੰ ਦਿਖਾ ਦਿੰਨੇ ਆ। ਆਮ ਸੰਗਤ ਵੀ ਇਸ ਅਰਦਾਸ ਸਮਾਗਮ ਦੇ ਵਿੱਚ ਸ਼ਾਮਲ ਹੋਈ ਹੈ। ਉਹਨਾਂ ਸਾਰੇ ਸ਼ਹੀਦਾਂ ਨੂੰ 75 ਸਾਲ ਬਾਅਦ ਸ਼ਰਧਾਂਜਲੀ ਦਿੱਤੀ ਗਈ ਹੈ। ਪੰਜਾਬ ਸਰਕਾਰ ਦੀ ਟਾਈਮਲਾਈਨ ਦੂਸਰੀ ਤੀਸਰੀ ਵਾਰੀ ਲੰਘਣ ਤੋਂ ਬਾਅਦ ਬਹਿਬਲ ਕਲਾਂ ਦੇ ਵਿੱਚ ਲੱਗੇ ਹੋਏ ਬਰਗਾੜੀ ਇਨਸਾਫ ਮੋਰਚੇ ਦੀ ਅਗਵਾਈ ਕਰ ਰਹੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪੁੱਤਰ ਸੁਖਰਾਜ ਸਿੰਘ ਦੇ ਸੱਦੇ ਤੇ ਮੰਗਲਵਾਰ ਨੂੰ ਫੇਰ ਵੱਡਾ ਇਕੱਠ ਹੋਇਆ, ਜਿਸ ਦੇ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਹੋਰ ਲੀਡਰ ਪਹੁੰਚੇ। ਸਰਕਾਰ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੇ ਨੌਜਵਾਨ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਾਰਿਆਂ ਦੀ ਸਲਾਹ ਦੇ ਨਾਲ ਅਗਲਾ ਪ੍ਰੋਗਰਾਮ ਦਿੰਦਿਆਂ ਕਿਹਾ ਕਿ 1 ਸਤੰਬਰ 2022 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਧਰਨੇ ਵਾਲੀ ਥਾਂ ਤੇ ਮੁੜ ਵੱਡਾ ਇਕੱਠ ਕੀਤਾ ਜਾਵੇਗਾ। ਇਸ ਦਿਨ ਉਹਨਾਂ ਨੇ ਸੜਕਾਂ ਤੇ ਲੰਬੇ ਜਾਮ ਲਾਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚ ਸਕੇ। ਨਿਆਮੀਵਾਲਾ ਨੇ ਕਿਹਾ ਕਿ ਸਰਕਾਰ ਵੱਲੋਂ ਮੰਗੇ ਗਏ 24 ਘੰਟੇ ਹੁਣ ਤਾਂ 3600 ਘੰਟਿਆਂ ਤੋਂ ਵੀ ਟੱਪ ਗਏ ਨੇ, ਪਰ ਹਾਲੇ ਤੱਕ ਇੱਕ ਵੀ ਅਜਿਹੀ ਦਲੀਲ ਜਾਂ ਬਿਆਨ ਸਾਹਮਣੇ ਨਹੀਂ ਆਇਆ ਜਿਸ ਦੇ ਨਾਲ ਭਰੋਸਾ ਹੋ ਸਕੇ ਕਿ ਬੇਅਦਬੀ ਦਾ ਇਨਸਾਫ ਮਿਲੂਗਾ। ਸੋ ਸੰਗਤ ਜੀ, 1 ਸਤੰਬਰ 2022 ਦਾ ਪ੍ਰਕਾਸ਼ ਦਿਹਾੜਾ ਆ ਰਿਹਾ। ਸਾਡੇ ਉਸ ਗੁਰੂ ਦੀ ਬੇਅਦਬੀ ਗਲੀਆਂ ਦੇ ਵਿੱਚ ਅੰਗ ਖਿਲਾਰੇ ਗਏ ਆ, ਉਹਦੇ ਪ੍ਰਕਾਸ਼ ਦਿਹਾੜੇ ਦੀ ਗੱਲ ਕਰਦੇ ਹਾਂ ਤਾਂ ਕਹਿਣਾ ਨਾ ਪਵੇ, ਇੱਥੋਂ ਲੰਬੇ ਜਾਮ ਲੱਗੇ ਹੋਣੇ ਚਾਹੀਦੇ ਆ ਸੰਗਤ ਦੇ, ਤੇ ਸਿਸਟਮ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਜਿੰਨੀ ਅਸੀਂ ਦੇਰ ਕਰਾਂਗੇ ਇਹ ਤਾਂ ਹੈ ਨਹੀਂ ਆ ਕਿ ਲੋਕ ਵੋਟਾਂ ਦੀ ਵੇਟ ਕਰਨਗੇ। ਇਸੇ ਤਰ੍ਹਾਂ ਜਲੰਧਰ ਦੇ ਭੋਗਪੁਰ ਥਾਣੇ ਦੇ ਸਾਹਮਣੇ ਬਣੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਰੋਸ ਵਿੱਚ 21 ਅਗਸਤ ਨੂੰ ਭੋਗਪੁਰ ਦੇ ਵਿੱਚ ਵੀ ਬੇਅਦਬੀ ਇਜਲਾਸ ਸੱਦਿਆ ਗਿਆ ਹੈ। ਗੁਰਦੁਆਰਾ ਗੁਰੂ ਨਾਨਕ ਯਾਦਗਾਰ ਲੋਹਾਰਾ ਚਾੜਕੇ ਰੋਡ ਭੋਗਪੁਰ ਦੇ ਵਿੱਚ ਇਜਲਾਸ ਸਵੇਰੇ 11 ਵਜੇ ਤੋਂ 3 ਵਜੇ ਤੱਕ ਹੋਏਗਾ। ਨੌਜਵਾਨ ਨਿਆਮੀਵਾਲਾ ਨੇ ਜਥੇਦਾਰ ਵੱਲੋਂ 15 ਅਗਸਤ ਦੀ ਥਾਂ 16 ਅਗਸਤ ਨੂੰ ਵੰਡ ਵੇਲੇ ਮਾਰੇ ਗਏ ਲੋਕਾਂ ਨਿਮਿਤ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਨੂੰ ਵੀ ਜਾਣਬੁੱਝ ਕੇ ਦਿੱਤਾ ਸੱਦਾ ਕਰਾਰ ਦਿੱਤਾ। ਸੋ ਅੱਜ ਉਸ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪੰਜਾਬ ਦੀ ਵੰਡ ਹੋਈ ਹੈ, ਪੰਜਾਬ ਦਾ ਦੁਖਾਂਤ ਹੈ, ਅਸੀਂ ਵੀ ਚਾਹੁੰਦੇ ਹਾਂ ਉਹਦੀ ਅਰਦਾਸ ਬੇਨਤੀ ਹੋਇਆ ਕਰੇ, ਪਰ 15 ਅਗਸਤ ਨੂੰ ਹੋਇਆ ਕਰੇ। ਸਾਰਾ ਪੰਥ ਸਹਿਯੋਗ ਕਰੂਗਾ। ਜੇ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਦੁਖਾਂਤ 16 ਨੂੰ ਹੈ, ਇਹ ਤਾਂ ਤੁਸੀਂ ਅੱਜ ਪ੍ਰੋਗਰਾਮ ਰੱਖਿਆ ਹੈ, ਇਸ ਪ੍ਰੋਗਰਾਮ ਦੇ ਕਰਕੇ, ਪਰ ਇਹਨੂੰ ਦਰੁਸਤ ਕਰੋ। ਪੰਜਾਬ ਦੇ ਵਿੱਚ ਲੋਕ ਇਸ ਗੱਲ ਨੂੰ
ਥੋੜੀ ਨੂੰ ਬੜਾਵਾ ਦੇਣਗੇ ਕਿ ਪੰਜਾਬ ਦੀ ਵੰਡ ਦਾ ਦੁਖਾਂਤ ਜਿਹੜਾ ਅਕਾਲ ਤਖਤ ਸਾਹਿਬ ਤੇ ਪੂਰੇ ਪੰਥ ਵੱਲੋਂ 15 ਅਗਸਤ ਨੂੰ ਮਨਾਇਆ ਜਾ ਕਰੇ। 16 ਅਗਸਤ ਵਾਲੇ ਇਸ ਇਕੱਠ ਦੇ ਵਿੱਚ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਹਾਲਾਂਕਿ 31 ਜੁਲਾਈ ਵਾਲੇ ਇਕੱਠ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਪਹੁੰਚੇ ਸਨ, ਪਰ ਵਿਰੋਧੀ ਧਿਰ ਦੇ ਐਮਐਲਏ ਸੁਖਪਾਲ ਸਿੰਘ ਖਹਿਰਾ ਜ਼ਰੂਰ ਪਹੁੰਚੇ। ਖਹਿਰਾ ਨੇ ਆਪਣੀ ਸਰਕਾਰ ਸਮੇਤ ਬਾਕੀ ਸਾਰੀਆਂ ਸਰਕਾਰਾਂ ਨੂੰ ਹੁਣ ਤੱਕ ਜਿਹੜੀਆਂ ਬਣੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਬੇਅਦਬੀ ਦਾ ਇਨਸਾਫ ਦੇਣ ਦੇ ਵਿੱਚ ਫੇਲ ਸਾਬਿਤ ਦੱਸਦਿਆਂ ਮੋਰਚੇ ਨੂੰ 14 ਅਕਤੂਬਰ ਨੂੰ ਇੱਕ ਤਕੜਾ ਪ੍ਰੋਗਰਾਮ ਉਲੀਕਣ ਦੀ ਸਲਾਹ ਦਿੱਤੀ। ਮੋਰਚੇ ਨੂੰ 1 ਲੱਖ ਦੀ ਆਰਥਿਕ ਸਹਾਇਤਾ ਦੇਣ ਦੀ ਪੇਸ਼ਕਸ਼ ਕਰਦਿਆਂ ਇੱਕ ਸਲਾਹ ਵੀ ਦਿੱਤੀ ਅਤੇ ਬਾਕੀ ਲੋਕਾਂ ਨੂੰ ਵੀ ਮੋਰਚੇ ਦੇ ਵਿੱਚ ਵਿੱਤੀ ਯੋਗਦਾਨ ਪਾਉਣ ਦੀ ਅਪੀਲ ਕੀਤੀ। ਤੁਸੀਂ ਫੈਸਲਾ ਕਰੋਗੇ ਮੋਰਚੇ ਵਾਲੇ, ਅਸੀਂ ਤੁਹਾਡੇ ਨਾਲ ਚੱਲਾਂਗੇ। 14 ਅਕਤੂਬਰ ਨੂੰ ਪਲਾਨ ਕਰੋ ਇੱਕ ਤਕੜਾ ਪ੍ਰੋਗਰਾਮ, ਚਾਹੇ ਉਹ ਮਾਰਚ ਦੀ ਸ਼ਕਲ ਵਿੱਚ ਆ, ਚਾਹੇ ਇਕੱਠ ਦੀ ਸ਼ਕਲ ਵਿੱਚ ਆ। ਇੱਥੇ ਪਹਿਲਾਂ ਹੋ ਹਟਿਆ ਤੇ ਸਰਕਾਰਾਂ ਵੱਡੀਆਂ ਵੱਡੀਆਂ ਜ਼ੋਰ ਲਾ ਹਟੀਆਂ, ਇਸ ਕਰਕੇ ਉਹਦਾ ਕੋਈ ਵੀ ਵੱਡਾ ਪ੍ਰੋਗਰਾਮ ਉਲੀਕੋ ਜਿਹਦੇ ਨਾਲ, ਕਿਉਂਕਿ ਪ੍ਰੈਸ਼ਰ ਕਾਹਦਾ ਹੁੰਦਾ। ਮੱਤੇਵਾੜਾ ਆਪਾਂ ਜਿੱਤੇ ਆ, ਇੱਕੋ ਦਿਨ 'ਚ ਜਿੱਤ ਗਏ ਆ, ਇੱਕ ਦਿਨ 'ਚ ਸਰਕਾਰ ਨੂੰ ਆਪਣਾ ਉਹ ਜਿਹੜਾ ਟੈਕਸਟਾਈਲ ਪਾਰਕ 'ਚ ਵਾਪਸ ਲੈਣਾ। ਬਣਾਓ ਪ੍ਰੋਗਰਾਮ, ਤੁਹਾਡੇ ਨਾਲ ਆ। ਪੈਸਾ ਜਿਹੜਾ ਨਾ ਉਹ ਲੋੜ ਹੁੰਦੀ ਆ। ਮੇਰੀ ਗੱਲ ਇੱਕ ਮਿੰਟ ਜੀ, ਸਭ ਨੂੰ ਪੈਸੇ ਤੋਂ ਬਗੈਰ ਕੋਈ ਗੱਲ ਨਹੀਂ ਚੱਲਦੀ। ਇੱਥੋਂ ਇੱਕ ਸਿੰਘ ਸਾਹਿਬ ਜ਼ਿਕਰ ਕਰਕੇ ਗਏ ਸੀਗੇ ਨੇ, ਪਰ ਉਹਨੂੰ ਰੱਖਿਓ ਟਰਾਂਸਪੇਰੈਂਟ। ਸਭ ਤੋਂ ਵੱਡੀ ਬਦਨਾਮੀ ਵੀ ਪੈਸਾ ਹੀ ਕਰਾਉਂਦਾ ਵਾ। ਅਕਾਊਂਟ ਬਣਾਓ, ਚਾਹੇ ਅੱਛਾ ਆਨਲਾਈਨ, ਚਾਹੇ ਬਣਾਓ ਕੁਝ ਸਾਂਝੇ ਬੰਦਿਆਂ ਦਾ ਜਿਨ੍ਹਾਂ ਦਾ ਜਿਹੜੇ ਸੰਗਤ ਨੂੰ ਜਵਾਬਦੇਹ ਹੋਣ। ਉਸ ਅਕਾਊਂਟ ਵਿੱਚ ਸਾਰੇ ਆਪਣਾ ਆਪਣਾ ਯੋਗਦਾਨ ਪਾਓ। ਮੈਂ 1 ਲੱਖ ਰੁਪਇਆ ਜਦੋਂ ਵੀ ਤੁਸੀਂ ਅਕਾਊਂਟ ਖੜਾ ਕਰ ਦਿਓਗੇ, ਪ੍ਰੋਗਰਾਮ ਬਣਾ ਦੋਗੇ, 1 ਲੱਖ ਰੁਪਇਆ ਇਸ ਮੋਰਚੇ ਦੇ ਵਿੱਚ। ਹਾਲਾਂਕਿ ਨੌਜਵਾਨ ਸੁਖਰਾਜ ਸਿੰਘ ਨੇ ਕਿਹਾ ਕਿ ਇਸ ਮੋਰਚੇ ਦੇ ਵਿੱਚ ਪੈਸਾ ਜਾਂ ਹੋਰ ਕੋਈ ਨਿੱਜੀ ਵਿਵਾਦ ਕਦੇ ਨਹੀਂ ਆਊਗਾ। ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਾਡੇ ਇਕੱਠ ਹੋਰ ਦੁੱਗਣੇ ਤਿੱਗਣੇ ਹੋ ਜਾਣਗੇ। ਗੱਲ ਕਲੀਅਰ ਕਰਦੇ ਆ, ਜੇ ਕੋਈ ਵੀ ਬੰਦਾ ਆਪਣੇ ਲੈਵਲ ਤੇ ਜਾ ਕੇ ਕਿਸੇ ਸਰਕਾਰ ਦੇ ਬੰਦੇ ਨਾਲ ਬਹਿੰਦਾ ਗੱਲ ਕਰਦਾ ਹੈ ਕਿ ਬੇਅਦਬੀ, ਗੋਲੀ ਕਾਂਡ ਜਾਂ ਬਹਿਵਲ ਮੋਰਚੇ ਦਾ ਜਾਂ ਕੋਈ ਹੋਰ ਇਸ ਚੀਜ਼ ਦੇ ਨਾਲ ਰਿਲੇਟਡ ਗੱਲ ਕਰਕੇ ਕਹਿੰਦਾ ਵੀ ਇਹਦਾ ਇਨਸਾਫ ਕਰੋ, ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿੰਦਾ ਸਾਡੇ ਮੋਰਚੇ ਦਾ ਬੰਦਾ ਪਾਰਟ ਨਹੀਂ ਹੋਊਗਾ। ਦੂਜੀ ਗੱਲ, ਜੇ ਸਰਕਾਰ ਦੀ ਇੱਛਾ ਇਸ ਕੇਸ ਨੂੰ ਹੱਲ ਕਰਨ ਦੀ ਜਾਂ ਤੁਹਾਡੇ ਨਾਲ ਗੱਲ ਕਰਨ ਦੀ, ਤਾਂ ਇਸ ਮੋਰਚੇ ਦੇ ਵਿੱਚ ਆ ਕੇ ਸਰਕਾਰ ਗੱਲ ਕਰੂਗੀ ਤੇ ਸੰਗਤ ਰੂਪੀ ਗੱਲ ਹੋਊਗੀ। ਉਹ ਫੈਸਲੇ ਤੁਹਾਡੇ ਵਿੱਚ ਹੋਣਗੇ। ਤੇ ਹੁਣ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਦੀ ਮੰਗ ਇੱਕ ਥਾਂ ਤੋਂ ਹੀ ਕੀਤੀ ਜਾਏਗੀ। ਮੁਤਵਾਜ਼ੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਗਤਾਰ ਸਿੰਘ ਹਵਾਰਾ ਨੇ ਬੇਅਦਬੀ ਦੇ ਇਨਸਾਫ ਦੇ ਲਈ ਪੰਜਾਬ ਸਮੇਤ ਵੱਖ-ਵੱਖ ਥਾਵਾਂ ਤੇ ਲੱਗੇ ਮੋਰਚਿਆਂ ਨੂੰ ਇੱਕ ਹੀ ਥਾਂ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਹਵਾਰਾ ਦਾ ਸੁਨੇਹਾ ਬਹਿਬਲ ਕਲਾਂ ਇਕੱਠ ਦੇ ਵਿੱਚ ਪਹੁੰਚੇ ਜਥੇਦਾਰ ਹਵਾਰਾ ਦੇ ਪਿਤਾ ਧਰਮ ਪਿਤਾ ਗੁਰਚਰਨ ਸਿੰਘ ਨੇ ਦਿੱਤਾ। ਸਿੰਘ ਹਵਾਰਾ ਵੱਲੋਂ ਇੱਕ ਸੁਹਿਰਦ ਸੱਜਣਾ ਦੀ ਟੀਮ ਬਣਾ ਕੇ ਕੱਲੇ ਮੋਰਚੇ ਤੇ ਭੇਜੀ ਜਾਵੇਗੀ। ਉਹਨਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਇਹ ਮੋਰਚਾ ਭਾਵੇਂ ਬੇਅਬਲ ਕਲਾਂ ਦੀ ਧਰਤੀ ਤੋਂ ਹੀ ਲਾਇਆ ਜਾਵੇ। ਸਾਰੇ ਮੋਰਚਿਆਂ ਨੂੰ ਇਕੱਤਰ ਕਰਕੇ ਜਦੋਂ ਤੱਕ ਆਪਾਂ ਸਰਕਾਰ ਦੀ ਧੌਣ ਤੇ ਗੋਡਾ ਨਹੀਂ ਧਰਦੇ ਤੁਹਾਡੀ ਗੱਲ ਨਹੀਂ ਮੰਨਣੀ। ਉਧਰ ਪੰਜਾਬ ਤੋਂ ਕਾਂਗਰਸ ਦੇ ਐਮਪੀ ਮਨੀਸ਼ ਤਿਵਾੜੀ ਨੇ ਸਿੱਖ ਕੈਦੀਆਂ ਦਾ ਮੁੱਦਾ ਚੁੱਕਿਆ ਹੈ। ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਦੀ 15 ਅਗਸਤ ਵਾਲੇ ਦਿਨ ਰਿਹਾਈ ਤੋਂ ਬਾਅਦ ਮਨੀਸ਼ ਤਿਵਾੜੀ ਨੇ ਸਿੱਖ ਕੈਦੀਆਂ ਦਾ ਮਾਮਲਾ ਚੁੱਕਿਆ ਤੇ ਕੈਦੀਆਂ ਦੀ ਮਾਫੀ ਨੀਤੀ ਦੀ ਪਰਿਭਾਸ਼ਾ ਦੇ ਵਿੱਚ ਇਕਸਾਰਤਾ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕੁਝ ਦੋਸ਼ੀ ਤਾਂ 15 ਸਾਲ ਬਾਅਦ ਰਿਹਾ ਹੋ ਜਾਂਦੇ ਨੇ, ਜਦਕਿ ਦੂਸਰੇ ਤੇ 30 ਜਾਂ ਇਸ ਤੋਂ ਵੱਧ ਸਾਲਾਂ ਤੱਕ ਜੇਲ੍ਹਾਂ ਦੇ ਵਿੱਚ ਹੀ ਸੜਦੇ ਰਹਿੰਦੇ ਨੇ, ਜਿਹੜੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ। ਪੂਰੇ ਭਾਰਤ ਦੇ ਵਿੱਚ ਦੁੱਧ ਦੇ ਭਾਅ ਮਹਿੰਗੇ ਹੋ ਗਏ ਨੇ। ਅਮੁਲ ਅਤੇ ਮਦਰ ਡੇਅਰੀ ਨੇ ਆਪਣੇ ਦੁੱਧ ਦੇ ਭਾਅ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ ਤੇ ਇਹ ਵਾਧਾ 17 ਅਗਸਤ ਤੋਂ ਲਾਗੂ ਹੋ ਜਾਏਗਾ। ਬੁੱਧਵਾਰ ਤੋਂ ਅੱਧਾ ਲੀਟਰ ਅਮੁਲ ਗੋਲਡ ਦਾ ਪੈਕੇਟ ਜਿਹੜਾ 31 ਰੁਪਏ ਦਾ ਮਿਲੇਗਾ। ਅਮੁਲ ਤਾਜ਼ਾ ਮਿਲਕ ਅੱਧਾ ਲੀਟਰ ਦਾ ਪੈਕੇਟ ਹੁਣ 25 ਰੁਪਏ ਦਾ ਤੇ ਅਮੁਲ ਸ਼ਕਤੀ ਦਾ ਪੈਕੇਟ 28 ਰੁਪਏ ਦਾ ਮਿਲੇਗਾ। ਇਸੇ ਤਰ੍ਹਾਂ ਮਦਰ ਡੇਅਰੀ ਦੇ ਜਿਹੜੇ ਦੁੱਧ ਦੇ ਭਾਅ ਉਹ ਵੀ ਵੱਧ ਗਏ ਨੇ। ਬੜੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਦੇ 76ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਦੀ ਫਸੀਲ ਤੋਂ 15 ਅਗਸਤ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਔਰਤਾਂ ਦੇ ਸਨਮਾਨ ਨੂੰ ਲੈ ਕੇ ਭਾਵੁਕ ਹੋ ਕੇ ਭਾਰਤ ਵਾਸੀਆਂ ਨੂੰ ਅਪੀਲ ਕਰ ਰਹੇ ਸੀ ਕਿ ਕੀ ਤੁਸੀਂ ਆਪਣੀਆਂ ਮਾਵਾਂ, ਧੀਆਂ, ਭੈਣਾਂ ਨੂੰ ਗਾਲਾਂ ਕੱਢਣ ਦੀ ਆਦਤ ਨੂੰ ਬੰਦ ਕਰ ਸਕਦੇ ਹੋ, ਤਾਂ ਉਸੇ ਦਿਨ ਇੱਕ ਮਾਂ, ਇੱਕ ਧੀ, ਇੱਕ ਭੈਣ ਬਿਲਕਿਸ ਬਾਨੋ ਉਸ ਦੇ ਨਾਲ ਬਲਾਤਕਾਰ ਕਰਨ ਵਾਲੇ ਸਾਰੇ ਦੇ ਸਾਰੇ ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ਗਿਆ। ਆਜ਼ਾਦੀ ਵਾਲੇ ਦਿਨ ਇਹਨਾਂ ਸਾਰਿਆਂ ਨੂੰ ਜੇਲ੍ਹ ਚੋਂ ਆਜ਼ਾਦੀ ਦਾ ਤੋਹਫਾ ਦਿੱਤਾ ਗਿਆ ਤੇ ਬਿਲਕਿਸ ਬਾਨੋ ਦਾ ਪਰਿਵਾਰ ਇਸ ਫੈਸਲੇ ਤੋਂ ਬਹੁਤ ਹੀ ਹੈਰਾਨ ਹੈ, ਪਰੇਸ਼ਾਨ ਹੈ, ਜ਼ਾਹਿਰ ਤੌਰ ਤੇ ਦੁਖੀ ਵੀ ਹੈ।
ਗੁਜਰਾਤ ਦੀ ਬਿਲਕਿਸ ਬਾਨੋ ਦੇ ਪਰਿਵਾਰ ਨੇ 2002 ਦੇ ਵਿੱਚ ਗੁਜਰਾਤ ਦੰਗਿਆਂ ਦੇ ਵੇਲੇ ਬਹੁਤ ਹੀ ਅਸਹਿ ਦੁੱਖ ਸਹੇ ਸਨ। ਬਿਲਕਿਸ ਬਾਨੋ ਦੇ ਪਤੀ ਯਾਕੂਬ ਰਸੂਲ ਨੇ ਕਿਹਾ ਕਿ ਉਹ ਸਾਰੇ 11 ਦੋਸ਼ੀਆਂ ਦੀ ਰਿਹਾਈ ਦੀ ਖਬਰ ਤੋਂ ਹੈਰਾਨ ਨੇ, ਹਾਲਾਂਕਿ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਹਨਾਂ ਕਿਹਾ ਕਿ ਘਟਨਾ ਤੋਂ 20 ਸਾਲ ਬਾਅਦ ਵੀ ਉਹਨਾਂ ਦੇ ਕੋਲ ਉਸ ਦੀ ਪਤਨੀ ਤੇ 5 ਪੁੱਤਰਾਂ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੈ। ਇਸ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ 11 ਦੋਸ਼ੀਆਂ ਨੂੰ ਸੋਮਵਾਰ ਨੂੰ ਗੋਧਰਾ ਸਬ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਰਿਹਾ ਕੀਤਾ ਗਿਆ ਹੈ ਗੁਜਰਾਤ ਸਰਕਾਰ ਦੇ ਕਹਿਣ ਤੇ। ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਸਰਕਾਰ ਨੇ ਆਪਣੀ ਮਾਫੀ ਨੀਤੀ ਤਹਿਤ ਇਹਨਾਂ ਸਾਰੇ ਬਲਾਤਕਾਰੀਆਂ ਨੂੰ, ਕਾਤਲਾਂ ਨੂੰ ਰਿਹਾਈ ਦਿੱਤੀ ਹੈ। ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 21 ਜਨਵਰੀ 2008 ਨੂੰ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਪਰਿਵਾਰ ਦੇ 7 ਮੈਂਬਰਾਂ ਦੇ ਕਤਲ ਦੇ ਮਾਮਲੇ ਵਿੱਚ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਨੂੰ ਬਾਅਦ ਵਿੱਚ ਬੰਬੇ ਹਾਈ ਕੋਰਟ ਨੇ ਬਰਕਰਾਰ ਰੱਖਿਆ ਸੀ। ਬਿਲਕਿਸ ਬਾਨੋ ਬਲਾਤਕਾਰ ਦੇ ਦੋਸ਼ੀਆਂ ਦੀ ਰਿਹਾਈ ਨੂੰ ਲੈ ਕੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਸਵਾਲ ਚੁੱਕ ਰਹੇ ਨੇ, ਇਨਸਾਫ ਪਸੰਦ ਲੋਕ ਸਵਾਲ ਚੁੱਕ ਰਹੇ ਨੇ, ਲੀਡਰ ਵੀ ਸਵਾਲ ਚੁੱਕ ਰਹੇ ਨੇ। AIMIM ਦੇ ਜਿਹੜੇ ਪ੍ਰਧਾਨ ਨੇ ਅਸਾਉਦੀਨ ਓਵੈਸੀ, ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਤੇ ਨਿਸ਼ਾਨਾ ਸਾਧਿਆ ਹੈ। ਓਵੈਸੀ ਨੇ ਕਿਹਾ ਕਿ ਧਰਮ ਨੂੰ ਲੈ ਕੇ ਬੀਜੇਪੀ ਇੰਨੀ ਪੱਖਪਾਤੀ ਹੈ ਕਿ ਰੇਪ ਅਤੇ ਨਫ਼ਰਤੀ ਹਿੰਸਾ ਦੇ ਲਈ ਵੀ ਇੱਥੇ ਮਾਫੀ ਮਿਲ ਜਾਂਦੀ ਹੈ। ਓਵੈਸੀ ਨੇ ਟਵੀਟ ਕੀਤਾ ਕਿ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣ ਦਾ ਇਹ ਬੀਜੇਪੀ ਦਾ ਤਰੀਕਾ ਹੈ। ਘਿਨਾਉਣੇ ਅਪਰਾਧਾਂ ਦੇ ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ਗਿਆ ਹੈ। ਬੀਜੇਪੀ ਦੀ ਬਹੁਤ ਹੀ ਧਰਮ ਪ੍ਰਤੀ ਪੱਖਪਾਤੀ ਨੀਤੀ ਹੈ। ਕਿ ਭਾਜਪਾ ਸ਼ਿੰਦੇ ਦੀ ਮਹਾਰਾਸ਼ਟਰ ਸਰਕਾਰ ਵੀ ਬਣੇਗੀ, ਰੁਬੀਨਾ ਮੇਮਨ ਦੀ ਰਿਹਾਈ ਲਈ ਕਮੇਟੀ ਵੀ ਬਣੇਗੀ। ਇਹ ਸਾਰੇ ਤਿੱਖੇ ਸਵਾਲ ਓਵੈਸੀ ਨੇ ਕੀਤੇ ਨੇ। ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦਾ ਵੀ ਜ਼ਿਕਰ ਕੀਤਾ ਹੈ। ਕਹਿੰਦੇ ਕੱਲ ਦੇ ਭਾਸ਼ਣ ਦੇ ਵਿੱਚ ਪ੍ਰਧਾਨ ਮੰਤਰੀ ਨੇ ਭਾਰਤੀਆਂ ਨੂੰ ਇਹ ਪ੍ਰਣ ਲੈਣ ਲਈ ਕਿਹਾ ਕਿ ਔਰਤਾਂ ਦਾ ਅਪਮਾਨ ਕਰਨ ਵਾਲੇ ਵਿਵਹਾਰ ਨੂੰ ਦੂਰ ਕਰਨ। ਉਹਨਾਂ ਨੇ ਨਾਰੀ ਸ਼ਕਤੀ ਦੀ ਗੱਲ ਕੀਤੀ। ਗੁਜਰਾਤ ਭਾਜਪਾ ਨੇ ਇਸੇ ਦਿਨ ਬਲਾਤਕਾਰ ਦੇ ਦੋਸ਼ੀਆਂ ਨੂੰ ਰਿਹਾ ਕਰ ਦਿੱਤਾ। ਸੰਦੇਸ਼ ਸਪਸ਼ਟ ਹੈ। 2002 ਦੇ ਵਿੱਚ ਜਦੋਂ ਗੁਜਰਾਤ ਦੰਗੇ ਹੋਏ ਸਨ ਤਾਂ ਗੁਜਰਾਤ ਦੇ ਵਿੱਚ ਹੀ ਰਹਿ ਰਿਹਾ ਬਿਲਕਿਸ ਬਾਨੋ ਦਾ ਸਾਰਾ ਪਰਿਵਾਰ ਉਸ ਦੀਆਂ ਅੱਖਾਂ ਦੇ ਸਾਹਮਣੇ ਮਾਰ ਦਿੱਤਾ ਗਿਆ ਸੀ ਤੇ 5 ਮਹੀਨਿਆਂ ਦੀ ਗਰਭਵਤੀ ਬਿਲਕਿਸ ਬਾਨੋ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਉਸ ਦੀ 3 ਸਾਲ ਦੀ ਧੀ ਸਲੇਹਾ ਦਾ ਵੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਕਤਲकांड ਦੀ ਗੱਲ ਕਰ ਲਈਏ ਤਾਂ 16 ਅਗਸਤ ਨੂੰ ਸਿੱਧੂ ਮੂਸੇਵਾਲੇ ਦੇ ਭਿਆਨਕ ਕਤਲकांड ਨੂੰ ਬੀਤੇ ਹੋਏ ਪੂਰੇ 78 ਦਿਨ ਬੀਤ ਗਏ ਨੇ ਤੇ ਇਸ ਦਿਨ ਵੀ ਪੰਜਾਬ ਪੁਲਿਸ ਜਾਂ ਦਿੱਲੀ ਪੁਲਿਸ ਦੇ ਵੱਲੋਂ ਕੋਈ ਵੀ ਅਹਿਮ ਅਪਡੇਟ ਨਹੀਂ ਮਿਲ ਸਕੀ ਹੈ। 2.5 ਮਹੀਨਿਆਂ ਬਾਅਦ ਵੀ ਦੀਪਕ ਮੁੰਡੀ ਫਰਾਰ ਹੈ ਅਤੇ ਹਥਿਆਰ ਨੇ ਜਿਹੜੇ ਉਹ ਪੂਰੇ ਦੇ ਪੂਰੇ ਜ਼ਬਤ ਨਹੀਂ ਹੋ ਸਕੇ ਨੇ ਅਤੇ ਮਾਪਿਆਂ ਦਾ ਰੋਸ ਹੈ ਜਿਹੜਾ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਸੋ ਕਤਲकांड ਨੂੰ ਲੈ ਕੇ ਤਾਂ ਕੋਈ ਬਹੁਤੀ ਵੱਡੀ ਅਪਡੇਟ ਨਹੀਂ ਮਿਲ ਸਕੀ ਹੈ, ਪਰ ਇਸ ਕਤਲकांड ਦੇ ਨਾਲ ਜੁੜੇ ਹੋਏ ਇੱਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਜੁੜੀ ਇੱਕ ਖਬਰ ਜ਼ਰੂਰ ਹੈ, ਜਿਸ ਨੂੰ ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਵੱਲੋਂ ਮੋਗਾ ਤੋਂ ਲਿਆ ਕੇ ਬਟਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਜੱਗੂ ਭਗਵਾਨਪੁਰੀਆ ਨੂੰ 1:57 ਤੇ ਬੁਲੇਟ ਪ੍ਰੂਫ ਗੱਡੀ ਦੇ ਵਿੱਚ ਲਿਆਂਦਾ ਗਿਆ। ਸਖਤੀ ਕਾਫੀ ਵਰਤੀ ਗਈ। ਮੀਡੀਆ ਨੂੰ ਕੋਰਟ ਰੂਮ ਦੇ ਦਰਵਾਜ਼ੇ ਤੋਂ ਦੂਰ ਰੱਖਿਆ ਗਿਆ। ਜੱਗੂ ਦਾ ਕਾਂਗਰਸੀ ਲੀਡਰ ਤੇ ਫਤਿਹਗੜ੍ਹ ਚੂੜੀਆਂ ਦੇ ਵਿੱਚ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸਤਨਾਮ ਸਿੰਘ ਸੱਤੂ ਦੇ ਕਤਲ ਕੇਸ ਦੇ ਵਿੱਚ ਪੁਲਿਸ ਨੇ ਰਿਮਾਂਡ ਮੰਗਿਆ ਸੀ ਤੇ ਬਟਾਲਾ ਪੁਲਿਸ ਨੂੰ ਇਸ ਦਾ 10 ਦਿਨ ਦਾ ਰਿਮਾਂਡ ਮਿਲ ਗਿਆ। ਮੰਗਲਵਾਰ ਨੂੰ ਅੰਮ੍ਰਿਤਸਰ ਤੋਂ ਵੱਡੀ ਖਬਰ ਆਈ ਜਦੋਂ ਪੁਲਿਸ ਇੰਸਪੈਕਟਰ ਦੇ ਘਰ ਦੇ ਬਾਹਰ ਖੜੀ ਗੱਡੀ ਦੇ ਵਿੱਚੋਂ ਬੰਬ ਮਿਲਿਆ। ਬੰਬ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਸਨਸਨੀ ਫੈਲ ਗਈ। ਬੰਬ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੀ ਰਿਹਾਇਸ਼ ਦੇ ਬਾਹਰ ਖੜੀ ਕਾਰ ਦੇ ਹੇਠੋਂ ਮਿਲਿਆ। ਇੰਸਪੈਕਟਰ ਦਾ ਨਾਮ ਦਿਲਬਾਗ ਸਿੰਘ ਹੈ। ਮੌਕੇ ਤੇ ਬੰਬ ਨਿਰੋਧਕ ਦਸਤੇ ਪਹੁੰਚ ਗਏ। ਘਟਨਾ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਵਾਪਰੀ ਹੈ। ਸਵੇਰੇ ਕਾਰ ਧੋਣ ਆਏ ਨੌਜਵਾਨਾਂ ਨੇ ਕਾਰ ਦੇ ਟਾਇਰ ਨੇੜੇ ਤਾਰ ਦੇਖ ਕੇ ਸਬ ਇੰਸਪੈਕਟਰ ਨੂੰ ਸੂਚਨਾ ਦਿੱਤੀ। ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ 2 ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਕੋਈ ਚੀਜ਼ ਬਲੈਰੋ ਗੱਡੀ ਦੇ ਹੇਠਾਂ ਰੱਖ ਕੇ ਚਲੇ ਜਾਂਦੇ ਨੇ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ। ਪੂਰੀ ਸਾਵਧਾਨੀ ਦੇ ਨਾਲ ਬੰਬ ਨਿਰੋਧਕ ਦਸਤੇ ਨੇ ਕਾਰ ਦੇ ਹੇਠੋਂ ਬੰਬ ਨੂੰ ਲਾ ਲਿਆ ਤੇ ਜਾਂਚ ਲਈ ਭੇਜ ਦਿੱਤਾ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਬੰਬ RDX ਦੇ ਨਾਲ ਡੈਟੋਨੇਟਰ ਲਾ ਕੇ ਤਿਆਰ ਕੀਤਾ ਗਿਆ ਸੀ। ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਦੀ ਕਾਰ ਹੇਠਾਂ ਲਾਇਆ ਬੰਬ ਕੁਝ ਦਿਨ ਪਹਿਲਾਂ ਤਰਨਤਾਰਨ ਤੋਂ ਮਿਲੇ ਬੰਬ ਵਰਗਾ ਉਹ ਬੰਬ ਵੀ RDX ਦੇ ਨਾਲ ਤਿਆਰ ਕੀਤਾ ਗਿਆ ਸੀ। ਦੋਵੇਂ ਸ਼ੱਕੀ ਵਿਅਕਤੀਆਂ ਨੇ ਸ਼ਾਇਦ ਗੱਡੀ ਦੇ ਹੇਠਾਂ ਬੰਬ ਠੀਕ ਤਰ੍ਹਾਂ ਕਹਿੰਦੇ ਫਿੱਟ ਨਹੀਂ ਕੀਤਾ। ਇਹ ਜ਼ਮੀਨ ਦੇ ਉੱਤੇ ਡਿੱਗਿਆ ਹੋਇਆ ਸੀ, ਜਿਸ ਨੂੰ ਜਿਹੜੇ 2 ਜਣੇ ਆਏ ਸੀ ਕਾਰ ਤੋਂ ਉਹਨਾਂ ਨੇ ਦੇਖ ਲਿਆ। ਸਬ ਇੰਸਪੈਕਟਰ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਂ
ਮੈਂ ਇਸ ਗੱਡੀ ਦੇ ਵਿੱਚ ਨਹੀਂ ਚੜਿਆ, ਨਹੀਂ ਤਾਂ ਬੰਬ ਫਟ ਵੀ ਸਕਦਾ ਸੀ। ਪੰਜਾਬ ਪੁਲਿਸ ਨੇ ਐਨਡੀਪੀਐਸ ਐਕਟ ਦੇ ਕੇਸਾਂ ਦੇ ਵਿੱਚ ਭਗੌੜੇ ਅਪਰਾਧੀਆਂ ਨੂੰ ਜਿਹੜੀ ਫੜਨ ਦੀ ਗ੍ਰਿਫਤਾਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ, ਉਹ 7ਵੇਂ ਹਫ਼ਤੇ ਵਿੱਚ ਦਾਖਲ ਹੋ ਗਈ ਹੈ। ਪੁਲਿਸ ਨੇ ਆਪਣੀ ਹਫ਼ਤਾਵਾਰੀ ਰਿਪੋਰਟ ਦਿੰਦਿਆਂ ਦੱਸਿਆ ਕਿ 1980 ਤੇ 90 ਦੇ ਦਹਾਕਿਆਂ ਤੋਂ ਫਰਾਰ ਭਗੌੜਿਆਂ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ। ਅਜਿਹੇ 45 ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜੇ ਕਿ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਸਨ। ਇਹਦੇ ਨਾਲ ਹੁਣ ਜਿਹੜੀਆਂ ਹਫ਼ਤਾਵਾਰੀ ਗ੍ਰਿਫਤਾਰੀਆਂ ਦੇ ਵਿੱਚ ਕਾਫੀ ਵਾਧਾ ਹੋਇਆ ਹੈ। 5 ਜੁਲਾਈ ਤੋਂ ਲੈ ਕੇ ਹੁਣ ਤੱਕ ਐਨਡੀਪੀਐਸ ਐਕਟ ਦੇ ਕੇਸਾਂ ਦੇ ਵਿੱਚ 186 ਭਗੌੜੇ ਗ੍ਰਿਫਤਾਰ ਹੋ ਚੁੱਕੇ ਨੇ, ਜਿਨ੍ਹਾਂ ਵਿੱਚੋਂ 46 ਅਪਰਾਧੀ ਸੂਬੇ ਤੋਂ ਬਾਹਰ ਕਾਬੂ ਕੀਤੇ ਗਏ ਨੇ। ਨਸ਼ਿਆਂ ਦੇ ਬਾਰੇ ਹਫ਼ਤਾਵਾਰੀ ਅਪਡੇਟ ਦਿੰਦਿਆਂ ਹੋਇਆਂ ਆਈਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਪਿਛਲੇ ਹਫ਼ਤੇ ਦੌਰਾਨ ਐਨਡੀਪੀਐਸ ਐਕਟ ਤਹਿਤ 251 ਪਰਚੇ ਐਫਆਈਆਰ ਜਿਨ੍ਹਾਂ ਦੇ ਵਿੱਚ 22 ਵਪਾਰਿਕ ਮਾਮਲੇ ਵੀ ਦਰਜ ਨੇ, 335 ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਲੰਪੀ ਸਕਿਨ ਬਿਮਾਰੀ ਦੇ ਨਾਲ ਜੁੜੀ ਹੋਈ ਖਬਰ ਦੱਸ ਦਿੰਦੇ ਆ। ਹਾਲਾਂਕਿ ਬਿਮਾਰੀ ਦੇ ਜਿਹੜੇ ਕੇਸ ਨੇ ਉਹ ਘਟਨੇ ਸ਼ੁਰੂ ਹੋ ਗਏ ਨੇ, ਪਰ ਜਿਹੜੀ ਮੌਤਾਂ ਦੀ ਗਿਣਤੀ ਹੈ, ਪਸ਼ੂਆਂ ਦੀ ਮੌਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਦਰਮਿਆਨ ਸੂਬੇ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੇਂਦਰ ਸਰਕਾਰ ਤੋਂ 25 ਲੱਖ ਤੋਂ ਵੱਧ ਗਾਵਾਂ ਦੇ ਲਈ ਗੋਟਪੌਕਸ ਦਵਾਈ ਦੀਆਂ ਖੁਰਾਕਾਂ ਦਾ ਪ੍ਰਬੰਧ ਕਰਨ ਦੀ ਮੰਗ ਰੱਖੀ ਹੈ। ਕੈਬਨਿਟ ਮੰਤਰੀ ਭੁੱਲਰ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਵੱਲੋਂ ਸੋਮਵਾਰ ਸ਼ਾਮ ਤੱਕ ਗੋਟਪੌਕਸ ਦਵਾਈ ਦੀਆਂ ਕਰੀਬ 2,05,000 ਖੁਰਾਕਾਂ ਨੇ ਜਿਹੜੀਆਂ ਉਹ ਸਿਹਤਮੰਦ ਪਸ਼ੂਆਂ ਦੇ ਲਾਈਆਂ ਜਾ ਚੁੱਕੀਆਂ ਨੇ, ਜਦਕਿ ਪੀੜਤ ਪਸ਼ੂਆਂ ਦੀ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ। ਭਾਰਤ ਸਰਕਾਰ ਦੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ ਉਹਨਾਂ ਨੂੰ ਵੱਖ ਰੱਖਣ ਸਣੇ ਲੋੜੀਂਦੀ ਦਵਾਈ ਦੇ ਹੋਰ ਜਿਹੜੇ ਪ੍ਰਬੰਧ ਨੇ ਉਹ ਕੀਤੇ ਜਾ ਰਹੇ ਨੇ। ਬਿਮਾਰੀ ਕਹਿੰਦੇ ਜ਼ਿਆਦਾਤਰ ਗਾਵਾਂ ਦੇ ਵਿੱਚ ਫੈਲ ਰਹੀ ਹੈ। ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਤਰਨਤਾਰਨ, ਜਲੰਧਰ ਤੇ ਅੰਮ੍ਰਿਤਸਰ ਜ਼ਿਲ੍ਹੇ ਇਸ ਲਾਗ ਦੀ ਬਿਮਾਰੀ ਤੋਂ ਵੱਧ ਪ੍ਰਭਾਵਿਤ ਹੋਏ ਨੇ, ਯਾਨੀ ਕਿ ਮਾਲਵਾ ਵੀ ਨਹੀਂ ਬਚਿਆ, ਮਾਝਾ ਵੀ ਨਹੀਂ, ਦੁਆਬਾ ਵੀ ਨਹੀਂ, ਸਾਰੇ ਜਿਹੜੇ ਜ਼ੋਨ ਹੈਗੇ ਨੇ ਉਹਨਾਂ ਦੇ ਵਿੱਚ ਕਈ ਜਿਹੜੇ ਸ਼ਹਿਰ ਨੇ ਉਹ ਪ੍ਰਭਾਵਿਤ ਹੋ ਰਹੇ ਨੇ। ਉਹਨਾਂ ਇਹ ਵੀ ਮੰਗ ਕੀਤੀ ਕਿ ਵੱਖ-ਵੱਖ ਕੰਪਨੀਆਂ ਦੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਬਹੁਤਾ ਫਰਕ ਹੋਣ ਕਾਰਨ ਖਰੀਦ ਕਾਰਜਾਂ ਵਿੱਚ ਸਮੱਸਿਆ ਆ ਰਹੀ ਹੈ। ਇਸ ਲਈ ਕੀਮਤਾਂ ਨੂੰ ਤਰਕਸੰਗਤ ਕੀਤਾ ਜਾਵੇ, ਲੋੜੀਂਦੀ ਮਾਤਰਾ ਵਿੱਚ ਡੋਜ਼ ਮੁਹੱਈਆ ਕਰਵਾਈ ਜਾਵੇ। ਕੇਂਦਰੀ ਮੰਤਰੀ ਪਰਸ਼ੋਤਮ ਰੁਪਾਲਾ ਵੀ ਇਸ ਮੌਕੇ ਮੌਜੂਦ ਸਨ। ਉਹਨਾਂ ਭਰੋਸਾ ਦਿਵਾਇਆ ਕਿ ਦਵਾਈਆਂ ਦੀਆਂ ਕੀਮਤਾਂ ਤਰਕਸੰਗਤ ਕੀਤੀਆਂ ਜਾਣਗੀਆਂ, ਯਾਨੀ ਕਿ ਇੱਕੋ ਜਿਹੀਆਂ ਕੀਤੀਆਂ ਜਾਣਗੀਆਂ ਤੇ ਸੂਬੇ ਨੂੰ ਲੋੜੀਂਦੀ ਮਾਤਰਾ ਵਿੱਚ ਦਵਾਈ ਦੀ ਸਪਲਾਈ ਵੀ ਦਿੱਤੀ ਜਾਊਗੀ। ਰੁਪਾਲਾ ਨੇ ਨਿਰਦੇਸ਼ ਦਿੱਤੇ ਕਿ ਸੂਬੇ ਦੇ ਵਿੱਚ ਪ੍ਰਭਾਵਿਤ ਪਸ਼ੂਆਂ ਦੇ ਲਈ ਇਕਾਂਤਵਾਸ ਵਾਰਡ ਬਣਾਏ ਜਾਣ ਤਾਂ ਜੋ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਜੇਲ੍ਹੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੈਰ ਮੌਜੂਦਗੀ ਦੇ ਵਿੱਚ ਪੰਜਾਬ ਦੇ ਵਿੱਚ ਸਿਆਸੀ ਸ਼ਕਤੀ ਪ੍ਰਦਰਸ਼ਨ ਦਿਖਾਇਆ। ਮਜੀਠੀਆ ਨੇ ਪਾਰਟੀ ਵਰਕਰਾਂ ਦੇ ਨਾਲ ਚੰਡੀਗੜ੍ਹ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮਜੀਠੀਆ ਦਾ ਕਾਫਲਾ ਗੁਰੂ ਕੀ ਨਗਰੀ ਅੰਮ੍ਰਿਤਸਰ ਜਾ ਕੇ ਸਮਾਪਤ ਹੋਇਆ। ਰੋਡ ਸ਼ੋਅ ਤੋਂ ਪਹਿਲਾਂ ਮਜੀਠੀਆ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਦਿਆਂ ਚੰਨੀ ਦੀ ਇੱਕ ਵੀਡੀਓ ਦਾ ਜ਼ਿਕਰ ਕਰਕੇ ਪੰਜਾਬ ਦੀ ਸਿਆਸਤ ਨੂੰ ਭਖਾ ਦਿੱਤਾ ਹੈ। ਮਜੀਠੀਆ ਨੇ ਤੰਜ ਕੱਸਦਿਆਂ ਕਿਹਾ ਕਿ ਉਹ ਜੇਲ੍ਹੋਂ ਬਾਹਰ ਆ ਗਏ ਨੇ, ਪਰ ਚੰਨੀ ਹਾਲੇ ਤੱਕ ਵਿਦੇਸ਼ੋਂ ਵਾਪਸ ਨਹੀਂ ਆਏ। ਪੰਜਾਬ ਦੇ ਲੋਕ ਪੁੱਛ ਰਹੇ ਨੇ ਕਿ ਛੱਲਾ ਮੁੜ ਕੇ ਕਿਉਂ ਨਹੀਂ ਆਇਆ। ਮਜੀਠੀਆ ਨੇ ਕਿਹਾ ਕਿ ਉਹ ਇੰਤਜ਼ਾਰ ਕਰ ਰਹੇ ਨੇ ਕਿ ਚੰਨੀ ਕਦੋਂ ਵਾਪਸ ਆਉਣਗੇ ਤਾਂ ਕਿ ਉਹ ਚੰਨੀ ਦਾ ਇੱਕ ਵੀਡੀਓ ਜਾਰੀ ਕਰ ਸਕਣ। ਸੋ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਆ ਕੇ ਸਿੱਧਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਹੀ ਨਿਸ਼ਾਨਾ ਸਾਧਿਆ, ਕਿਉਂਕਿ ਮਜੀਠੀਆ ਖਿਲਾਫ ਪਰਚਾ ਚਰਨਜੀਤ ਸਿੰਘ ਚੰਨੀ ਦੇ ਰਾਜ ਵੇਲੇ ਹੀ ਦਰਜ ਹੋਇਆ ਸੀ। ਜਦੋਂ ਪੱਤਰਕਾਰਾਂ ਨੇ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਤਾਂ ਮਜੀਠੀਆ ਨੇ ਹੱਸ ਕੇ ਕਿਹਾ ਕਿ ਸਿੱਧੂ ਬਹੁਤ ਚੰਗੇ ਨੇ। ਹਾਲਾਂਕਿ ਖਟਕੜ ਕਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਧੂ ਤਾਂ ਮੇਰੇ ਨਾਲ ਦੀ ਬੈਰਕ ਦੇ ਵਿੱਚ ਹੀ ਕੰਧਾਂ ਨਾਲ ਟੱਕਰਾ ਮਾਰਦਾ ਸੀ। ਕਾਂਗਰਸ ਦੀ ਸ਼ੁਰੂਆਤ ਜਿਸ ਸਰਕਾਰ ਨੇ ਉਹ ਤਾਂ ਆਪ ਪਹਿਲੀ ਵਾਰੀ ਇਤਿਹਾਸ ਕਾਇਮ ਹੋਇਆ ਕਿ ਸਿਟਿੰਗ ਮੁੱਖ ਮੰਤਰੀ 2 ਸੀਟਾਂ ਤੋਂ ਹਾਰ ਗਿਆ। ਅੱਜ ਤੱਕ ਕੋਈ ਸਿਟਿੰਗ ਚੀਫ ਮਿਨਿਸਟਰ ਨਹੀਂ ਹਰਿਆ, ਔਰ ਹਰਿਆ ਨਹੀਂ ਬੁਰੀ ਤਰ੍ਹਾਂ ਹਰਿਆ, ਔਰ ਅੱਜ ਤੱਕ ਵਾਪਸ ਵੀ ਨਹੀਂ ਆਇਆ। ਚਲੋ ਮੈਨੂੰ ਤਾਂ ਨਹੀਂ ਸੋਸ਼ਲ ਮੀਡੀਆ ਵੇਖਣ ਦਾ ਮੌਕਾ ਮਿਲਿਆ ਸੀਗਾ, ਮਗਰ ਉਹਦੇ ਬਾਰੇ ਤਾਂ ਗੀਤ ਹੀ ਚੱਲਦਾ ਹੁਣ ਚੰਨੀ ਸਾਹਿਬ ਬਾਰੇ ਕਿ ਛੱਲਾ ਮੁੜ ਕੇ ਨਹੀਂ ਆਇਆ। ਹੁਣ ਛੱਲਾ ਮੁੜਿਆ ਵੇ, ਮੈਂ ਵੀ ਉਹਦੀ ਇੱਕ ਵੀਡੀਓ ਸਾਂਭ ਕੇ ਰੱਖੀ ਹੈ ਜਿਹੜੀ ਮੈਂ ਚਲਾਉਣੀ ਹੈ, ਮਗਰ ਛੱਲਾ ਆਊਗਾ ਤਾਂ ਚਲਾਊਂਗਾ ਨਾ, ਨਹੀਂ ਤਾਂ ਦਿਖਾਵਾਂਗੇ ਕਾਲੇ ਨਾ ਪੋ। ਮਜੀਠੀਆ ਨੇ ਪਾਰਟੀ ਦੇ ਬਾਗੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਲੈ ਕੇ ਵੀ ਅਹਿਮ ਬਿਆਨ ਦਿੰਦਿਆਂ ਕਿਹਾ ਕਿ ਮਨਪ੍ਰੀਤ ਇਆਲੀ ਦੇ ਨਾਲ ਉਹਨਾਂ ਦੇ ਸਿਆਸਤ ਤੋਂ ਵੱਧ ਪਰਿਵਾਰਕ ਰਿਸ਼ਤੇ ਨੇ ਤੇ ਉਹਨਾਂ ਦੇ ਨਾਲ ਗੱਲ ਕਰਾਂਗੇ, ਸਾਰਾ ਮਸਲਾ ਸੁਲਝ ਜਾਊਗਾ। ਮਜੀਠੀਆ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਮੁੜ ਦੁਹਰਾਇਆ। ਭਗਵੰਤ ਮਾਨ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਤੇ ਨਿਸ਼ਾਨਾ ਸਾਧਿਆ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮੁੱਦਾ ਵੀ ਚੁੱਕਿਆ। ਇਹ ਸਾਡਾ ਇੱਕ ਪਰਿਵਾਰਕ ਰਿਸ਼ਤਾ ਹੈ, ਸਿਆਸੀ ਰਿਸ਼ਤੇ ਆਪਦੀ ਥਾਂ ਹੁੰਦੇ ਆ। ਅਸੀਂ ਦੋਵੇਂ ਭਰਾਵਾਂ ਵਾਂਗੂ ਇੱਕ ਦੂਜੇ ਦੇ ਸੁੱਖ ਦੁੱਖ ਦੇ ਭਾਈਵਾਲ ਰਹੇ ਆ। ਸੋ ਠੀਕ ਹੈ, ਕੋਈ
ਗੱਲਾਂ ਆਪਣੀਆਂ ਵਿਚਾਰ ਰੱਖ ਸਕਦਾ ਹੈ ਕੋਈ, ਬਟ ਵੀ ਆਰ ਵਨ ਫੈਮਿਲੀ ਐਂਡ ਵੀ ਵਿਲ ਸਟੇ ਵਨ ਫੈਮਿਲੀ। ਬੁਲੇਟਿਨ ਦੇ ਵਿੱਚ ਵੱਡੇ ਹਾਦਸਿਆਂ ਦੇ ਨਾਲ ਜੁੜੀਆਂ ਕੁਝ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲੀ ਖਬਰ ਹੈ ਜਿਹੜੀ ਹਾਦਸਿਆਂ ਨਾਲ ਜੁੜੀ ਹੋਈ, ਉਹ ਪੰਜਾਬ ਦੇ ਰਾਮਾ ਮੰਡੀ ਤੋਂ ਹੈ, ਜਿੱਥੇ ਮੰਗਲਵਾਰ ਸਵੇਰੇ ਗੁੱਗਾ ਮਾੜੀ ਦੇ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੇ ਨਾਲ ਭਰੀ ਪਿਕਅਪ ਜੀਪ ਪੰਜਾਬ ਤੇ ਹਰਿਆਣੇ ਦੀ ਸਰਹੱਦ ਤੇ ਪਿੰਡ ਨੌਰੰਗ ਦੇ ਵਿੱਚ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਜੀਪ ਦੇ ਵਿੱਚ ਸਵਾਰ ਇੱਕ ਬੱਚੇ ਸਣੇ 3 ਜਣਿਆਂ ਦੀ ਮੌਤ ਹੋ ਗਈ। ਜੀਪ ਦੇ ਵਿੱਚ 15 ਦੇ ਕਰੀਬ ਔਰਤਾਂ, ਬੱਚੇ ਤੇ ਪੁਰਸ਼ ਸਵਾਰ ਸਨ। ਜੀਪ ਚਾਲਕ ਨੇ ਜ਼ਖਮੀਆਂ ਨੂੰ ਰਾਮਾ ਮੰਡੀ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ। ਘਟਨਾ ਦੇ ਵਿੱਚ 4 ਜਣੇ ਜ਼ਖਮੀ ਹੋ ਗਏ। ਇਹ ਸਾਰੇ ਰਾਜਸਥਾਨ ਦੇ ਇਤਿਹਾਸਿਕ ਬਾਬਾ ਰਾਮਦੇਵ ਦੇ ਮੰਦਿਰ ਗੁੱਗਾ ਮਾੜੀ ਦੇ ਦਰਸ਼ਨ ਕਰਕੇ ਬਠਿੰਡਾ ਪਰਤ ਰਹੇ ਸੀ। ਇਸੇ ਤਰ੍ਹਾਂ ਪੰਜਾਬ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਬੜਾ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਰੋਡ ਤੋਂ ਨਵੀਂ ਬਿਲਡਿੰਗ ਦਾ ਇੱਥੇ ਨਿਰਮਾਣ ਹੋ ਰਿਹਾ ਹੈ, ਜਿੱਥੇ 2 ਸਾਲ ਦਾ ਬੱਚਾ JCB ਥੱਲੇ ਆਉਣ ਕਾਰਨ ਇਸ ਦੁਨੀਆ ਤੋਂ ਸਦਾ ਦੇ ਲਈ ਰੁਖਸਤ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਬੱਚੇ ਦੀ ਪਛਾਣ ਹੰਸ ਯਾਦਵ ਪੁੱਤਰ ਚੇਤਰਾਮ ਯਾਦਵ ਨਿਵਾਸੀ ਛੱਤੀਸਗੜ੍ਹ ਵਜੋਂ ਹੋਈ ਹੈ। ਬੱਚੇ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਇਸ ਘਟਨਾ ਤੋਂ ਬਾਅਦ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਠੇਕੇਦਾਰ ਤੇ ਕਥਿਤ ਤੌਰ ਤੇ ਗੰਭੀਰ ਦੋਸ਼ ਲਾਏ ਨੇ। JCB ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੀ ਖਬਰ ਜੰਮੂ ਕਸ਼ਮੀਰ ਤੋਂ ਮਿਲ ਰਹੀ ਹੈ। ਵੱਡਾ ਹਾਦਸਾ ਜੰਮੂ ਕਸ਼ਮੀਰ ਦੇ ਵਿੱਚ ਵਾਪਰਿਆ ਹੈ। ITBP ਦੇ ਜਵਾਨਾਂ ਨੂੰ ਲਿਜਾ ਰਹੀ ਇੱਕ ਬੱਸ ਪਹਿਲਗਾਮ ਦੇ ਵਿੱਚ ਨਦੀ ਦੇ ਕੰਢੇ ਉਲਟ ਗਈ, ਜਿਸ ਦੇ ਵਿੱਚ ITBP ਦੇ 6 ਤੇ ਜੰਮੂ ਕਸ਼ਮੀਰ ਦੇ ਇੱਕ ਜਵਾਨ ਦੀ ਮੌਤ ਹੋ ਗਈ। ਜ਼ਖਮੀਆਂ ਦੇ ਵਿੱਚੋਂ 6 ਦੀ ਹਾਲਤ ਗੰਭੀਰ ਹੈ। ITBP ਅਤੇ ਜੰਮੂ ਕਸ਼ਮੀਰ ਪੁਲਿਸ ਦੇ ਜਵਾਨਾਂ ਨੂੰ ਲੈ ਕੇ ਬੱਸ ਚੰਦਨਵਾੜੀ ਤੋਂ ਪਹਿਲਗਾਮ ਜਾ ਰਹੀ ਸੀ। ਸੂਤਰ ਦੱਸਦੇ ਨੇ ਕਿ ਬੱਸ ਦੇ ਬ੍ਰੇਕ ਫੇਲ ਹੋ ਜਾਣ ਕਾਰਨ ਇਹ ਹਾਦਸਾ ਵਾਪਰਿਆ ਹੈ। ਬੱਸ ਵਿੱਚ ITBP ਦੇ 37 ਅਤੇ ਜੰਮੂ ਕਸ਼ਮੀਰ ਪੁਲਿਸ ਦੇ 2 ਜਵਾਨ ਸਵਾਰ ਸਨ। ITBP ਦੇ DG ਡਾਕਟਰ ਸੁਜੋਏ ਲਾਲ ਥਾਉਸਨ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਦੇ ਵਿੱਚ 7 ਜਵਾਨਾਂ ਦੀ ਮੌਤ ਹੋ ਚੁੱਕੀ ਹੈ। ਪਤਾ ਲੱਗਿਆ ਕਿ ਸਾਰੇ ਜਿਹੜੇ ਜਵਾਨ ਸੀਗੇ ਅਮਰਨਾਥ ਯਾਤਰਾ ਦੀ ਡਿਊਟੀ ਤੋਂ ਪਰਤ ਰਹੇ ਸਨ ਤੇ ਵਾਪਸ ਪਰਤਦੇ ਸਮੇਂ ਬੱਸ ਦੇ ਡੂੰਗੀ ਖੱਡ ਵਿੱਚ ਡਿੱਗਣ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਬੱਸ ਸਾਧੂਪੜਾ ਤੇ ਚੰਦਨਵਾੜੀ ਦੇ ਵਿਚਾਲੇ ਢਲਾਣ ਤੋਂ ਹੇਠਾਂ ਨਦੀ ਦੇ ਵਿੱਚ ਡਿੱਗ ਗਈ। ਘਟਨਾ ਸਥਾਨ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਉਹਨਾਂ ਦੇ ਮੁਤਾਬਿਕ ਬੱਸ ਹੈ ਜਿਹੜੀ ਉਹ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਤੇ ਜਿਹੜੇ 7 ਜਵਾਨ ਨੇ ਉਹਨਾਂ ਦੀ ਮੌਤ ਹੋ ਗਈ ਹੈ। ਉਸ ਤੋਂ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਕਦਰ ਵੱਡਾ ਤੇ ਗੰਭੀਰ ਹਾਦਸਾ ਵਾਪਰਿਆ ਹੈ। ਹਾਦਸਿਆਂ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਵੀ ਜੰਮੂ ਕਸ਼ਮੀਰ ਤੋਂ ਹੈ, ਜਿੱਥੇ ਸ਼ੋਪੀਆਂ ਜ਼ਿਲ੍ਹੇ ਦੇ ਵਿੱਚ ਦਹਿਸ਼ਤਗਰਦਾਂ ਦੀ ਗੋਲੀਬਾਰੀ ਦੇ ਵਿੱਚ ਕਸ਼ਮੀਰੀ ਪੰਡਤ ਦੀ ਮੌਤ ਹੋ ਗਈ ਤੇ ਉਸ ਦਾ ਭਰਾ ਜ਼ਖਮੀ ਹੋ ਗਿਆ। ਪੁਲਿਸ ਅਧਿਕਾਰੀ ਨੇ ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਅਤੇ ਜ਼ਖਮੀ ਦੀ ਪਛਾਣ ਪਿੰਟੂ ਕੁਮਾਰ ਵਜੋਂ ਕੀਤੀ ਹੈ। ਦਹਿਸ਼ਤਗਰਦਾਂ ਨੇ ਸ਼ੋਪੀਆਂ ਦੇ ਚੋਟੀਪੋਰਾ ਇਲਾਕੇ ਦੇ ਵਿੱਚ ਸੇਬ ਦੇ ਬਾਗ ਵਿੱਚ ਆਮ ਨਾਗਰਿਕਾਂ ਤੇ ਗੋਲੀਬਾਰੀ ਕੀਤੀ। ਇਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਦੂਸਰਾ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਇਲਾਕੇ ਨੂੰ ਘੇਰ ਲਿਆ ਗਿਆ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਤੁਹਾਨੂੰ ਦੱਸ ਦਿੰਨੇ ਹਾਂ। ਬਿਹਾਰ ਦੀ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਹੈ, ਜਿੱਥੇ ਪਿਛਲੇ ਦਿਨੀ NDA ਨੇ BJP ਦੇ ਨਾਲੋਂ ਗੱਠ ਜੋੜ ਕੇ ਆਪਣੇ ਬਲਬੂਤੇ ਤੇ ਫੇਰ ਸਰਕਾਰ ਬਣਾ ਲਈ ਅਤੇ ਮੰਗਲਵਾਰ ਨੂੰ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਮਹਾਗਠਜੋੜ ਦੀ ਸਰਕਾਰ ਨੇ ਮੰਤਰੀ ਮੰਡਲ ਦਾ ਵਿਸਥਾਰ ਕਰ ਲਿਆ। ਇਸ ਦੇ ਵਿੱਚ RJD ਦੇ ਤੇਜ ਪ੍ਰਤਾਪ ਯਾਦਵ ਅਤੇ ਆਲੋਕ ਮਹਿਤਾ, ਜਨਤਾ ਦਲ ਯੂਨਾਈਟਿਡ ਦੇ ਵਿਜੇ ਕੁਮਾਰ ਚੌਧਰੀ ਅਤੇ ਵਿਜੇਂਦਰ ਯਾਦਵ ਤੇ ਕਾਂਗਰਸ ਦੇ ਆਫਾਕ ਆਲਮ ਸਮੇਤ ਕੁੱਲ 31 ਵਿਧਾਇਕਾਂ ਨੇ ਮੰਤਰੀ ਦੇ ਵਜੋਂ ਸਹੁੰ ਚੁੱਕ ਲਈ। ਨਿਤੀਸ਼ ਕੁਮਾਰ ਜਿਹੜੇ ਕਿ ਮੁੱਖ ਮੰਤਰੀ ਨੇ, ਉਹਨਾਂ ਨੇ ਗ੍ਰਹਿ ਵਿਭਾਗ ਵੀ ਆਪਣੇ ਕੋਲ ਰੱਖਿਆ ਹੈ, ਜਦਕਿ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਸਿਹਤ, ਸੜਕ ਨਿਰਮਾਣ, ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਤੇ ਪੇਂਡੂ ਨਿਰਮਾਣ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੇਜਸਵੀ ਯਾਦਵ ਦੇ ਵੱਡੇ ਭਰਾ ਯਾਨੀ ਕਿ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੂੰ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਵਿਭਾਗ ਹੈ ਜਿਹੜਾ ਦਿੱਤਾ ਗਿਆ। JDU ਜਿਹੜੀ ਕਿ ਸਭ ਤੋਂ ਵੱਡੀ ਪਾਰਟੀ ਹੈ, ਨਿਤੀਸ਼ ਕੁਮਾਰ ਜਿਸ ਦੇ ਲੀਡਰ ਨੇ, ਉਸਨੇ ਵਿੱਤ ਵਿਭਾਗ ਯਾਨੀ ਕਿ ਖਜ਼ਾਨਾ ਮੰਤਰਾਲਾ ਵੀ ਆਪਣੇ ਕੋਲ ਰੱਖਿਆ ਹੈ। ਇਸ ਵਿਭਾਗ ਦੀ ਜ਼ਿੰਮੇਵਾਰੀ ਵਿਜੇ ਕੁਮਾਰ ਚੌਧਰੀ ਨੂੰ ਦਿੱਤੀ ਗਈ ਹੈ। ਸੋ ਬਿਹਾਰ ਦੀ ਸਰਕਾਰ ਦੇ ਵਿੱਚ 31 ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਮੁੜ ਤੋਂ ਜਵਾਬ ਦਿੱਤਾ ਹੈ। ਮੁਫਤ ਦੀਆਂ ਰਿਓੜੀਆਂ ਦਾ ਜਿਹੜਾ ਮਸਲਾ ਚੱਲ ਰਿਹਾ ਹੈ ਭਾਰਤ ਦੇ ਵਿੱਚ, ਉਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀਆਂ ਫ੍ਰੀ ਦੀਆਂ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ
ਹੋਈਆਂ ਨੇ ਉਹਨਾਂ ਨੂੰ ਮੁਫਤ ਦੀਆਂ ਰਿਓੜੀਆਂ ਕਿਹਾ ਸੀ। ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਸੈਂਟਰ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਸਰਕਾਰ ਦੀ ਵਿਸ਼ੇਸ਼ਤਾ ਨੂੰ ਅਪਣਾ ਕੇ ਪੂਰੇ ਭਾਰਤ ਦੇ ਵਿੱਚ ਸਕੂਲੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਵਿੱਚ ਸੁਧਾਰ ਕਰੇ ਤਾਂ ਜੋ ਭਾਰਤ ਨੂੰ ਦੁਨੀਆ ਦਾ ਨੰਬਰ 1 ਮੁਲਕ ਬਣਾਇਆ ਜਾ ਸਕੇ। ਉਹਨਾਂ ਨੇ ਬੀਜੇਪੀ ਦੀ ਅਗਵਾਈ ਵਾਲੀ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਮੁਫਤ ਸਿਹਤ ਸੇਵਾਵਾਂ ਅਤੇ ਸਿੱਖਿਆ ਨੂੰ ਮੁਫਤ ਦੀਆਂ ਰਿਓੜੀਆਂ ਨਾ ਕਹੇ, ਬਲਕਿ ਕੇਂਦਰ ਸਰਕਾਰ ਦਿੱਲੀ ਦੇ ਸਿੱਖਿਆ ਤੇ ਸਿਹਤ ਕੇਂਦਰ ਜਿਹੜਾ ਸਿਹਤ ਖੇਤਰ ਹੈ ਉਹਦੇ ਵਿਚਲੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਮਾਡਲ ਹੈ ਉਸ ਨੂੰ सेंटर सरकार अपना लवे। आज मैं केंद्र सरकार को ये ऑफर देना चाहता हूं कि आप हमारी सर्विसेज यूज करो ना, हम भी तो इसी देश के हैं, राजनीति को साइड रख देते हैं। आप हमारी सर्विसेज यूज करो, हम आप सारे देश के सब लोग मिलके 130 करोड़ भारतीय मिलके सारे स्कूलों को मिलके ठीक करेंगे, सारी सरकारें मिलके ठीक करेंगे। ये हो सकता है। और इसको फ्री भी कहना बंद करो। अच्छी शिक्षा देना फ्री भी नहीं है। अपने बच्चों को अच्छी शिक्षा देंगे, एक टाइम का पेट भी काटना, पेट एक टाइम की रोटी भी नहीं खानी होना, 130 करोड़ लोग उसके लिए भी तैयार हैं। बड़ी हैरानीजनक खबर ਤੁਹਾਨੂੰ ਸੁਣਾਉਂਦੇ ਹਾਂ ਕਿਉਂਕਿ ਇੱਕ ਪਾਸੇ ਜਿੱਥੇ ਪੂਰੇ ਦੇਸ਼ ਦੇ ਵਿੱਚ ਮਹਿੰਗਾਈ ਦੇ ਨਾਲ ਹਾਹਾਕਾਰ ਮਚੀ ਹੋਈ ਹੈ, ਪਿਛਲੇ ਦਿਨੀ ਜੀਐਸਟੀ ਕੌਂਸਲ ਦੀ 47ਵੀਂ ਬੈਠਕ ਹੁੰਦੀ ਹੈ, ਉਸ ਦੇ ਵਿੱਚ ਆਮ ਵਰਤੋਂ ਦੀਆਂ ਹੀ ਬਹੁਤ ਸਾਰੀਆਂ ਵਸਤੂਆਂ ਨੂੰ ਮਹਿੰਗਾ ਕਰ ਦਿੱਤਾ ਜਾਂਦਾ ਹੈ। 5 ਤੋਂ ਵਧਾ ਕੇ 12% ਟੈਕਸ ਨੇ ਜਿਹੜੇ ਉਹ ਲਾ ਦਿੱਤੇ ਜਾਂਦੇ ਨੇ ਤੇ ਇਸੇ ਦਰਮਿਆਨ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਰੇਟ ਲਗਾਤਾਰ ਵਧ ਰਹੇ ਨੇ। ਪਰ ਇਸੇ ਦਰਮਿਆਨ ਸਰਕਾਰ ਨੇ ਜਿਹੜੇ ਅੰਕੜੇ ਤਾਜ਼ਾ ਜਾਰੀ ਕੀਤੇ ਨੇ ਉਹਨਾਂ ਦੇ ਮੁਤਾਬਿਕ ਮਹਿੰਗਾਈ ਦੇ ਵਿੱਚ ਕਮੀ ਆਈ ਹੈ, ਥੋਕ ਮੁੱਲ ਮਹਿੰਗਾਈ ਦੇ ਵਿੱਚ ਕਮੀ ਆਈ ਹੈ। ਤਾਜ਼ਾ ਅੰਕੜੇ ਦੱਸਦੇ ਨੇ ਸਰਕਾਰ ਦੇ ਕਿ ਥੋਕ ਮੁੱਲ ਮਹਿੰਗਾਈ ਜੁਲਾਈ ਦੇ ਵਿੱਚ ਘਟ ਕੇ 13.93% ਰਹੀ ਹੈ, ਜਿਹੜੀ ਕਿ ਜੂਨ ਦੇ ਵਿੱਚ 15.18% ਸੀ। ਸੋ ਸਰਕਾਰ ਦੇ ਅੰਕੜੇ ਕੁਝ ਹੋਰ ਕਹਿੰਦੇ ਨੇ, ਜਿਹੜੀ ਹਕੀਕਤ ਹੈ ਉਹ ਕੁਝ ਹੋਰ ਕਹਿੰਦੀ ਹੈ। ਖੇਡਾਂ ਦੇ ਨਾਲ ਜੁੜੀ ਹੋਈ ਖਬਰ ਹੈ, ਫੀਫਾ ਦੇ ਵੱਲੋਂ ਭਾਰਤ ਨੂੰ ਸਸਪੈਂਡ ਕਰਨ ਅਤੇ ਅੰਡਰ 17 ਲੜਕੀਆਂ ਵਿਸ਼ਵ ਕੱਪ ਦੀ ਮੇਜ਼ਬਾਨੀ ਖੋਣ ਤੋਂ ਬਾਅਦ ਹੁਣ ਸੈਂਟਰ ਸਰਕਾਰ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਤੁਰੰਤ ਸੁਣਵਾਈ ਦੀ ਮੰਗ ਕੀਤੀ ਹੈ ਤੇ ਸੁਪਰੀਮ ਕੋਰਟ ਵੀ ਸੁਣਵਾਈ ਕਰਨ ਦੇ ਲਈ ਰਾਜ਼ੀ ਹੋ ਗਈ ਹੈ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਮਹੱਤਵਪੂਰਨ ਘਟਨਾ ਦੇ ਵਿੱਚ ਫੀਫਾ ਨੇ ਭਾਰਤ ਨੂੰ ਮੁਅੱਤਲ ਕਰਨ ਦੀ ਚਿੱਠੀ ਭੇਜ ਦਿੱਤੀ ਹੈ, ਜਿਸ ਨੂੰ ਰਿਕਾਰਡ ਤੇ ਲਿਆਉਣ ਦੀ ਲੋੜ ਹੈ। ਇਸ ਮਸਲੇ ਤੇ ਕੁਝ ਨਾ ਕੁਝ ਜ਼ਰੂਰ ਕਰਨ ਦੀ ਲੋੜ ਹੈ। ਇੱਕ ਪਾਸੇ ਭਾਰਤ ਪਿਛਲੇ ਕਈ ਦਿਨਾਂ ਤੋਂ ਆਜ਼ਾਦੀ ਦਿਵਸ ਦੀਆਂ ਜਿਹੜੀਆਂ ਰੌਣਕਾਂ ਨੇ, ਆਜ਼ਾਦੀ ਦਿਵਸ ਦੇ ਜਿਹੜੇ ਜਸ਼ਨ ਨੇ ਉਹ ਮਨਾਉਣ ਦੇ ਵਿੱਚ ਜੁਟਿਆ ਹੋਇਆ ਸੀ, ਤਾਂ ਦੂਸਰੇ ਪਾਸੇ ਇੱਕ ਚਰਚਾ ਵੀ ਲਗਾਤਾਰ ਨਾਲ ਹੀ ਚੱਲ ਰਹੀ ਹੈ, ਕਿਉਂਕਿ ਵਿਰੋਧੀ ਧਿਰ ਦੇ ਹੁੰਦੇ ਹੋਏ ਇਹ ਚਰਚਾ ਜਿਹੜੀ ਚੱਲਣੀ ਜ਼ਰੂਰੀ ਵੀ ਹੁੰਦੀ ਹੈ ਕਿ ਕੀ ਭਾਰਤ ਨੂੰ ਆਜ਼ਾਦ ਕਰਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਜਿਹੜੇ ਸੁਪਨੇ ਨੇ ਉਹ ਸੱਚਮੁੱਚ ਪੂਰੇ ਹੋ ਚੁੱਕੇ ਨੇ, ਕੀ ਉਹਨਾਂ ਦੇ ਸੁਪਨਿਆਂ ਵਾਲਾ ਇਹ ਭਾਰਤ ਹੈ। ਸੋ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਇਸੇ ਦਰਮਿਆਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮ ਸਿੰਘੇ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਤਾਰੀਫ ਕੀਤੀ ਹੈ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਰਕਾਰ ਅਤੇ ਵਿਰੋਧੀ ਧਿਰਾਂ ਦੇ ਵਿੱਚ ਜਿਹੜੇ ਸਾਡੇ ਮੁਲਕ ਦੇ ਪੁਰਾਣੇ ਲੀਡਰ ਸੀ, ਜਿਹੜੇ ਸਾਬਕਾ ਲੀਡਰ ਹੋ ਚੁੱਕੇ ਨੇ, ਮਰਹੂਮ ਲੀਡਰ ਹੋ ਚੁੱਕੇ ਨੇ, ਉਹਨਾਂ ਨੂੰ ਲੈ ਕੇ ਹੀ ਵੱਡੇ ਪੱਧਰ ਦੀ ਬਹੁਤ ਹੀ ਘਟੀਆ ਕਿਸਮ ਦੀ ਸਿਆਸਤ ਕੀਤੀ ਜਾ ਰਹੀ ਹੈ। ਇਸੇ ਦਰਮਿਆਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਦਾ ਬਿਆਨ ਆਇਆ ਹੈ। ਭਾਰਤ ਵੱਲੋਂ ਤੋਹਫੇ ਦੇ ਵਿੱਚ ਡੋਨੀਅਰ ਜਹਾਜ਼ ਮਿਲਣ ਦੇ ਮੌਕੇ ਤੇ ਵਿਕਰਮ ਸਿੰਘੇ ਨੇ ਇਹ ਵੀ ਕਿਹਾ ਕਿ ਸ਼੍ਰੀਲੰਕਾ ਨੂੰ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਵਾਉਣ ਦੇ ਵਿੱਚ ਨਹਿਰੂ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਰਾਨਿਲ ਵਿਕਰਮ ਸਿੰਘੇ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ ਲਾਇਆ ਹੈ ਕਿ ਕੇਂਦਰ ਦੇ ਵਿੱਚ ਸੱਤਾਧਾਰੀ ਬੀਜੇਪੀ ਆਪਣੇ ਦਫ਼ਤਰਾਂ ਦੇ ਵਿੱਚ ਪੈਸਾ ਲਿਆਉਣ ਦੇ ਲਈ ਨੀਮ ਫੌਜੀ ਬਲਾਂ ਦੇ ਟਰੱਕਾਂ ਦੀ ਦੁਰਵਰਤੋਂ ਕਰਦੀ ਹੈ। ਇੱਕ ਵੱਡਾ ਇਲਜ਼ਾਮ ਲਾਇਆ ਗਿਆ ਹੈ ਕਾਂਗਰਸ ਦੇ ਇੱਕ ਮੁੱਖ ਮੰਤਰੀ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਜਿੱਥੇ ਵੀ ਬੀਜੇਪੀ ਦੀ ਸਰਕਾਰ ਹੁੰਦੀ ਹੈ ਉੱਥੇ ਨੀਮ ਫੌਜੀ ਬਲ ਜਾਂ ਫਿਰ ਪੁਲਿਸ ਦੇ ਟਰੱਕ ਪਾਰਟੀ ਹੈੱਡਕੁਆਰਟਰ ਤੇ ਜਮ੍ਹਾਂ ਕਰਵਾਉਣ ਦੇ ਲਈ ਬਕਸਿਆਂ ਦੇ ਵਿੱਚ ਪੈਸੇ ਲੈ ਕੇ ਆਉਂਦੇ ਨੇ। ਇੰਨੇ ਵੱਡੇ ਇਲਜ਼ਾਮ ਲੱਗਣ ਤੋਂ ਬਾਅਦ ਬੀਜੇਪੀ ਨੂੰ ਵੀ ਆਖਿਰਕਾਰ ਬੋਲਣਾ ਹੀ ਪੈਣਾ ਸੀ ਤੇ ਬੀਜੇਪੀ ਨੇ ਮੁੱਖ ਮੰਤਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਗਹਿਲੋਤ ਅਜਿਹੇ ਬਿਆਨ ਦੇ ਕੇ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਵਿੱਚ ਤਾਇਨਾਤ ਨੀਮ ਫੌਜੀ ਬਲਾਂ ਅਤੇ ਪੁਲਿਸ ਕਰਮਚਾਰੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ। ਸੋ ਇੱਕ ਵੱਡਾ ਬਿਆਨ ਹੈ। ਸਰਕਾਰ ਦੇ ਉੱਤੇ ਤਾਂ ਬਹੁਤ ਵੱਡਾ ਇਲਜ਼ਾਮ ਹੈ ਹੀ ਹੈ, ਦੋਸ਼ ਹੈ ਹੀ ਹੈ। ਨਾਲ ਹੀ ਜਿਹੜੇ ਭਾਰਤ ਦੀਆਂ ਮਿਲਟਰੀ ਫੌਜਾਂ ਨੇ, ਜਿਹੜੀਆਂ ਭਾਰਤ ਦੀਆਂ ਫੌਜਾਂ ਨੇ, ਉਹਨਾਂ ਦੇ ਉੱਤੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਕਾਰਗੁਜ਼ਾਰੀ ਦੇ ਉੱਤੇ, ਨੀਅਤ ਦੇ ਉੱਤੇ
ਸਵਾਲ ਉੱਠਦੇ ਨੇ ਤੇ ਜਾਂ ਫਿਰ ਦੂਸਰੇ ਪਾਸੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਿਸ ਹੱਦ ਤੱਕ ਜੇ ਇਹ ਸੱਚ ਹੈ ਤਾਂ ਕਿਸ ਹੱਦ ਤੱਕ ਹਾਕਮ ਦਾ ਜਿਹੜਾ ਕੰਟਰੋਲ ਹੈ ਉਹ ਫੌਜਾਂ ਦੇ ਉੱਤੇ ਬਣਿਆ ਹੋਇਆ ਹੈ। ਰੂਸ ਅਤੇ ਯੂਕਰੇਨ ਦੋ ਮੁਲਕਾਂ ਦੇ ਵਿਚਾਲੇ ਜੰਗ ਲਗਾਤਾਰ ਚੱਲ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਇਹ ਯੁੱਧ ਲਗਾਤਾਰ ਜਾਰੀ ਹੈ। ਇਸ ਦਰਮਿਆਨ ਇੱਕ ਤਾਜ਼ਾ ਖਬਰ ਇਹ ਮਿਲ ਰਹੀ ਹੈ ਕਿ ਰੂਸ ਦੇ ਕੰਟਰੋਲ ਵਾਲੇ ਕ੍ਰੀਮੀਆ ਦੇ ਵਿੱਚ ਇੱਕ ਫੌਜੀ ਅੱਡੇ ਤੇ ਕਈ ਧਮਾਕੇ ਹੋਏ ਨੇ। ਇਸ ਧਮਾਕੇ ਦੇ ਵਿੱਚ ਘੱਟੋ-ਘੱਟ 2 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਹਾਲਾਂਕਿ ਰੂਸ ਦਾ ਕਹਿਣਾ ਹੈ ਕਿ ਧਮਾਕੇ ਹਥਿਆਰਾਂ ਦੇ ਡਿਪੂ ਵਿੱਚ ਅੱਗ ਲੱਗਣ ਕਾਰਨ ਹੋਏ ਨੇ। ਇਹ ਧਮਾਕੇ ਉੱਤਰੀ ਕ੍ਰੀਮੀਆ ਦੇ ਨੇੜੇ ਹੋਏ ਨੇ। ਨੇੜੇ ਦੇ ਬਿਜਲੀ ਸਬ ਸਟੇਸ਼ਨ ਵਿੱਚ ਵੀ ਅੱਗ ਦੇਖੀ ਗਈ। ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਧਮਾਕੇ ਕਿਵੇਂ ਹੋਏ ਨੇ। ਪਿਛਲੇ ਹਫ਼ਤੇ ਕ੍ਰੀਮੀਆ ਤੱਟ ਤੇ ਯੂਕਰੇਨ ਦੇ ਕਥਿਤ ਹਮਲੇ ਦੇ ਵਿੱਚ ਰੂਸੀ ਲੜਾਕੂ ਜਹਾਜ਼ ਤਬਾਹ ਹੋ ਗਏ ਸੀ ਤੇ ਰੂਸ ਨੇ ਵੀ ਹੁਣ ਆਖਿਰਕਾਰ ਮੰਨ ਲਿਆ ਕਿ ਕ੍ਰੀਮੀਆ ਦੇ ਫੌਜੀ ਟਿਕਾਣਿਆਂ ਤੇ ਵਿਸਫੋਟ ਦੇ ਨਾਲ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਰੂਸ ਇਹੀ ਕਹਿ ਰਿਹਾ ਸੀ ਕਿ ਧਮਾਕੇ ਹਥਿਆਰ ਡਿਪੂ ਦੇ ਵਿੱਚ ਅੱਗ ਲੱਗਣ ਕਾਰਨ ਹੋਏ ਨੇ, ਪਰ ਹੁਣ ਮੰਤਰਾਲੇ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਇਲੈਕਟ੍ਰਿਸਿਟੀ ਸਬ ਸਟੇਸ਼ਨ, ਰੇਲਵੇ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ, ਪਰ ਕੋਈ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਨਹੀਂ ਹੋਇਆ। 2014 ਦੀ ਸ਼ੁਰੂਆਤ ਦੇ ਵਿੱਚ ਰੂਸ ਨੇ ਯੂਕਰੇਨ ਤੋਂ ਕ੍ਰੀਮੀਆ ਨੂੰ ਖੋਹ ਲਿਆ ਸੀ ਤੇ ਉਸ ਨੂੰ ਆਪਣੇ ਵਿੱਚ ਮਿਲਾ ਲਿਆ ਸੀ, ਯਾਨੀ ਕਿ ਰੂਸ ਦੇ ਵਿੱਚ ਰਲੇਵਾਂ ਕਰ ਲਿਆ ਸੀ। ਪਿਛਲੇ ਹਫ਼ਤੇ ਵੀ ਕਥਿਤ ਰੂਪ ਦੇ ਨਾਲ ਯੂਕਰੇਨ ਦੇ ਹਮਲੇ ਵਿੱਚ ਰੂਸ ਦੇ ਲੜਾਕੂ ਜਹਾਜ਼ ਵੀ ਤਬਾਹ ਹੋ ਗਏ ਸੀ। ਯਾਨੀ ਕਿ ਦੋਵੇਂ ਮੁਲਕ ਆਪੋ ਆਪਣੀ ਫੌਜੀ ਸ਼ਕਤੀ ਹੈ ਜਿਹੜੀ ਉਹਦਾ ਪ੍ਰਦਰਸ਼ਨ ਲਗਾਤਾਰ ਕਰ ਰਹੇ ਨੇ। ਜਿਹੜੀਆਂ ਮਨੁੱਖੀ ਜਾਨਾਂ ਨੇ ਉਹਨਾਂ ਦਾ ਨੁਕਸਾਨ ਵੀ ਲਗਾਤਾਰ ਹੋ ਰਿਹਾ, ਪਰ ਇੱਕ ਵੱਡੀ ਗੱਲ ਹੈ ਕਿ ਰੂਸ ਵਰਗੀ ਜਿਹੜੀ ਤਾਕਤ ਹੈ, ਦੁਨੀਆ ਦੀਆਂ ਵੱਡੀਆਂ ਤਾਕਤਾਂ ਦੇ ਵਿੱਚੋਂ ਇੱਕ ਹੈ, ਇੱਕ ਵੱਡਾ ਮੁਲਕ ਹੈ ਰੂਸ, ਵੱਡਾ ਖੇਤਰਫਲ, ਵੱਡੀ ਆਬਾਦੀ, ਉਹਦੇ ਨਾਲ ਇੱਕ ਛੋਟਾ ਜਿਹਾ ਮੁਲਕ ਯੂਕਰੇਨ ਲੜ ਰਿਹਾ ਹੈ। ਗੋਡੇ ਨਹੀਂ ਟੇਕੇ ਬਹੁਤ ਮਹੀਨੇ ਹੋ ਗਏ ਨੇ ਇਸ ਜੰਗ ਨੂੰ ਲੜਦੇ ਹੋਏ, ਪਰ ਯੂਕਰੇਨ ਹਿੱਕ ਢਾਹ ਕੇ ਲੜ ਰਿਹਾ ਹੈ। ਨਾ ਹੀ ਯੂਕਰੇਨ ਦੇ ਰਾਸ਼ਟਰਪਤੀ ਉਸ ਮੁਲਕ ਦੇ ਵਿੱਚੋਂ ਭੱਜੇ ਨੇ, ਨਾ ਹੀ ਕੋਈ ਹੋਰ ਵੱਡਾ ਲੀਡਰ ਪਿੱਠ ਦਿਖਾ ਕੇ ਦੌੜਿਆ ਹੈ, ਬਲਕਿ ਪੂਰੀ ਦੁਨੀਆ ਤੋਂ ਹਥਿਆਰ ਮੰਗ ਰਹੇ ਨੇ ਕਿ ਸਾਨੂੰ ਲੜਨ ਦੇ ਲਈ ਹਥਿਆਰ ਦਿਓ, ਅਸੀਂ ਫੌਜੀ ਹਾਂ। ਤੇ ਜਿਹੜਾ ਯੁੱਧ ਹੈ ਰੂਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ, ਹਮਲਾ ਰੂਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਫਰਵਰੀ 2022 ਦੇ ਵਿੱਚ। ਜਦੋਂ ਰੂਸ ਨੇ ਯੂਕਰੇਨ ਤੇ ਹਮਲਾ ਸ਼ੁਰੂ ਕੀਤਾ ਸੀ ਤਾਂ ਕ੍ਰਾਈਮੀਆ ਨੇ ਆਪਣੇ ਟਿਕਾਣਿਆਂ ਦਾ ਇਸਤੇਮਾਲ ਦੱਖਣੀ ਯੂਕਰੇਨ ਤੇ ਕੰਟਰੋਲ ਕਰਨ ਦੇ ਲਈ ਕੀਤਾ ਸੀ। ਪਾਕਿਸਤਾਨ ਤੋਂ ਇੱਕ ਵੱਡੇ ਹਾਦਸੇ ਦੀ ਖਬਰ ਹੈ, ਜਿੱਥੇ ਲਾਹੌਰ ਤੋਂ ਕਰਾਚੀ ਨੂੰ ਜਾ ਰਹੀ ਬੱਸ ਨੂੰ ਤੇਲ ਟੈਂਕਰ ਦੇ ਵਿੱਚ ਟੱਕਰ ਵੱਜਣ ਤੋਂ ਬਾਅਦ ਅੱਗ ਲੱਗ ਗਈ। 20 ਸਵਾਰੀਆਂ ਜਿਉਂਦੀਆਂ ਸੜ ਗਈਆਂ ਨੇ, 6 ਜ਼ਖਮੀ ਹੋ ਗਈਆਂ ਨੇ। ਸੋ ਵੱਡੇ ਹਾਦਸੇ ਦੀ ਖਬਰ ਪਾਕਿਸਤਾਨ ਤੋਂ ਮਿਲੀ ਹੈ, ਜਿੱਥੇ ਪੰਜਾਬ ਸੂਬੇ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ, ਯਾਨੀ ਕਿ ਲਹਿੰਦੇ ਪੰਜਾਬ ਦੇ ਵਿੱਚ ਹਾਦਸਾ ਵਾਪਰਿਆ ਹੈ। ਯਾਤਰੀ ਬੱਸ ਤੇ ਤੇਲ ਟੈਂਕਰ ਦੇ ਵਿਚਾਲੇ ਪਹਿਲਾਂ ਜ਼ਬਰਦਸਤ ਟੱਕਰ ਹੋਈ, ਉਸ ਤੋਂ ਬਾਅਦ ਅੱਗ ਲੱਗ ਗਈ ਤੇ ਇਸ ਅੱਗ ਦੇ ਵਿੱਚ ਬੱਸ 'ਚ ਸਵਾਰ 20 ਸਵਾਰੀਆਂ ਦੀ ਮੌਤ ਹੋਈ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਲਾਹੌਰ ਤੋਂ 350 ਕਿਲੋਮੀਟਰ ਦੂਰ ਮੁਲਤਾਨ ਦੇ ਵਿੱਚ ਮੋਟਰਵੇ ਤੇ ਵਾਪਰੀ ਹੈ। ਲਾਹੌਰ ਤੋਂ ਕਰਾਚੀ ਜਾ ਰਹੀ ਬੱਸ ਅਤੇ ਤੇਲ ਟੈਂਕਰ ਵਿਚਾਲੇ ਅੱਗ ਲੱਗਣ ਤੋਂ ਬਾਅਦ ਜਿਹੜਾ ਹੈਗਾ 20 ਜਣੇ ਨੇ ਉਹ ਝੁਲਸ ਗਏ ਸਨ। ਹਾਦਸੇ ਵਿੱਚ ਜ਼ਖਮੀ 6 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਕਈ ਜਣਿਆਂ ਦੀਆਂ ਲਾਸ਼ਾਂ ਇੰਨੀਆਂ ਕੁ ਸੜ ਚੁੱਕੀਆਂ ਨੇ ਕਿ ਉਹਨਾਂ ਦੀ ਪਛਾਣ ਤੱਕ ਨਹੀਂ ਹੋ ਰਹੀ। ਸ਼੍ਰੀਲੰਕਾ ਤੋਂ ਖਬਰ ਹੈ, ਜਿੱਥੇ ਚੀਨ ਦਾ ਉੱਚ ਤਕਨੀਕੀ ਸੂਈਆ ਜਹਾਜ਼ ਸ਼੍ਰੀਲੰਕਾ ਦੀ ਦੱਖਣੀ ਬੰਦਰਗਾਹ ਹੰਬਨ ਟੋਟਾ ਪਹੁੰਚਿਆ। ਕੁਝ ਦਿਨ ਪਹਿਲਾਂ ਕੋਲੰਬੋ ਨੇ ਪੇਚਿੰਗ ਨੂੰ ਭਾਰਤ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਇਸ ਜਹਾਜ਼ ਦੀ ਆਮਦ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ। ਚੀਨ ਦੀ ਬੈਲਿਸਟਿਕ ਮਿਜ਼ਾਈਲ ਅਤੇ ਉਪਗ੍ਰਹਿ ਨਿਗਰਾਨੀ ਜਹਾਜ਼ ਯੂਆਨ ਵੈਂਗ 5 ਸਥਾਨਕ ਸਮੇਂ ਦੇ ਮੁਤਾਬਿਕ ਸਵੇਰੇ 8:20 ਤੇ ਹੰਬਨ ਟੋਟਾ ਦੀ ਦੱਖਣੀ ਬੰਦਰਗਾਹ ਤੇ ਪਹੁੰਚਿਆ ਤੇ ਜਹਾਜ਼ 22 ਅਗਸਤ ਤੱਕ ਇੱਥੇ ਰਹੂਗਾ। ਤੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਦੇ ਇਤਰਾਜ਼ ਦੇ ਬਾਵਜੂਦ ਚੀਨ ਦਾ ਉੱਚ ਤਕਨੀਕਾਂ ਦੇ ਨਾਲ ਲੈਸ ਇਹ ਸੂਈਆ ਜਹਾਜ਼ ਜਿਸ ਨੂੰ ਕਿਹਾ ਜਾਂਦਾ ਹੈ, ਇਹ ਸ਼੍ਰੀਲੰਕਾ ਦੀ ਬੰਦਰਗਾਹ ਤੇ ਪਹੁੰਚਿਆ ਹੈ। ਨਾ ਇਹਦੇ ਵਿੱਚ ਸ਼੍ਰੀਲੰਕਾ ਕੁਝ ਕਰ ਸਕਦਾ ਹੈ ਤੇ ਨਾ ਹੀ ਭਾਰਤ ਕੁਝ ਕਰ ਸਕਦਾ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।